दोहरा सुखा सिंह तब यूं कही मैं परों लखू पर जाए। ਫਿਰ ਸੁੱਖਾ ਸਿੰਘ ਨੇ ਲਲਕਾਰ ਕੇ ਪੰਥ ਵਿੱਚ ਜੰਗ ਦੇ ਮੈਦਾਨ ਵਿੱਚ ਆਖਿਆ, ਸਿੰਘੋ ਮੈਂ ਜਾ ਰਿਹਾ ਲੱਖੂ ਨਾਲ ਦੋ ਹੱਥ ਕਰਨ, ਮੈਂ ਪਰੋਂ ਲੱਖੂ ਪਰ ਜਾਏ। ਤੇ ਕੁਝ ਸਿੰਘ ਤਾਂ ਸਾਧ ਸਿੰਘ ਜੀ ਇਹੋ ਜਿਹੇ ਹੋਏ ਆ ਜਿਹੜੇ ਬਿਜਲੀ ਵਰਗੇ ਫੁਰਤੀਲੇ ਸਨ। ਸੁੱਖਾ ਸਿੰਘ ਹੋ ਗਿਆ, ਮਤਾਬ ਸਿੰਘ ਹੋ ਗਿਆ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਇਹ ਬੜੇ ਬਹਾਦਰ ਤੇ ਬੜੇ ਦਲੇਰ ਹੋਏ ਹੈ। ਪੰਥ ਵਿੱਚ ਲਗਭਗ ਉਸ ਵੇਲੇ ਜਿੰਨੇ ਵੀ ਸਿੰਘ ਸਨ ਦਲੇਰ ਹੀ ਸਨ। ਕਾਰਨ ਜਿਨ੍ਹਾਂ ਦਾ ਰੋਜ਼ ਹੀ ਮੌਤ ਨਾਲ ਵਾਹ ਪੈਣਾ, ਉਹਨਾਂ ਨੂੰ ਆਪੇ ਹੀ ਦਲੇਰੀ ਆ ਜਾਂਦੀ ਹੈ। ਮਰਨਾ ਤਾਂ ਹੈ ਹੀ ਹੈ, ਦੁਸ਼ਮਣ ਨੂੰ ਮਾਰ ਕੇ ਮਰੀਏ। ਸੁੱਖਾ ਸਿੰਘ ਕਹਿਣ ਲੱਗਾ, ਮੈਂ ਪਰੋਂ ਲੱਖੂ ਪਰ ਜਾਏ, ਮੈਂ ਲੱਖੂ ਨਾਲ ਦੋ ਹੱਥ ਕਰਨ ਜਾ ਰਿਹਾ ਹਾਂ। हमरे संग आवे सो जो पीछे करे ना पाए। ਮੇਰੇ ਨਾਲ ਉਹ ਸੂਰਮੇ ਸਿੰਘ ਚੱਲਣ ਜਿਨ੍ਹਾਂ ਨੇ ਪਿੱਛੇ ਨਹੀਂ ਦੌੜਨਾ। ਜੇ ਮੈਦਾਨ ਚੋਂ ਦੌੜਨਾ ਤਾਂ ਫਿਰ ਚੱਲੋ ਹੀ ਨਾ, ਇੱਥੇ ਹੀ ਖੜੇ ਰਹੋ। ਮੈਂ ਚੱਲਿਆ ਲੱਖੂ ਦੇ ਨਾਲ ਦੋ ਹੱਥ ਕਰਨ ਵਾਸਤੇ। ਚੌਪਈ ਸੁੱਖਾ ਸਿੰਘ ਤਬ ਸਦ ਹਲਕਾਰੇ। ਸੁੱਖਾ ਸਿੰਘ ਨੇ ਹਲਕਾਰਿਆਂ ਨੂੰ ਜਿਹੜੇ ਉਹ CID ਦਿੰਦੇ ਸਨ ਦੂਏ ਪਾਸੇ, ਜਾਂ ਪਿੰਡਾਂ ਦੇ ਵਿੱਚ ਜਿਹੜੇ ਉੱਥੋਂ ਦੇ ਲੋਕ ਸਨ, ਗੁਪਤ ਭੇਸ ਵਿੱਚ ਵੀ ਸਿੰਘ ਛੱਡੇ ਹੋਏ ਸਨ, ਉਹਨਾਂ ਨੂੰ ਬੁਲਾ ਕੇ ਸੁੱਖਾ ਸਿੰਘ ਨੇ ਪੁੱਛਿਆ, ਰਹਿ ਦੀਵਾਨ ਜਹੈਂ ਦਸੋਂ ਸਾਰੇ। ਸੁੱਖਾ ਸਿੰਘ ਕਹਿਣ ਲੱਗਾ, ਤੁਹਾਡਾ ਦੀਵਾਨ ਕਿੱਥੇ ਰਹਿੰਦਾ? ਉਹ ਜਿਹੜਾ ਲੱਖੂ ਹੈ ਉਹਦਾ ਟਿਕਾਣਾ ਦੱਸੋ। ਹਲਕਾਰੇ ਕਹੀਂ ਸੋ ਹੱਥ ਨ ਆਵੇ। ਹਲਕਾਰਿਆਂ ਨੇ ਆਖਿਆ, ਬਾਬਾ ਸੁੱਖਾ ਸਿੰਘ ਜੀ, ਲੱਖੂ ਤੁਹਾਡੇ ਹੱਥ ਨਹੀਂ ਆਉਣਾ। ਉਹ ਫੌਜਨ ਕੇ ਮਦ ਰਹਾਵੇ। ਉਹ ਬਹੁਤ ਸਾਰੀਆਂ ਫੌਜਾਂ ਦੇ ਵਿਚਕਾਰ ਰਹਿੰਦਾ ਹੈ। ਉਹਨੇ ਆਪਣੀ ਸੇਫਟੀ ਪਹਿਲਾਂ ਸੋਚੀ ਹੋਈ ਹੈ, ਆਪਣੀ ਜਾਨ ਵਾਸਤੇ, ਆਪਣੇ ਬਚਾਅ ਵਾਸਤੇ ਉਹਨੇ ਬੜਾ ਤਗੜਾ ਬੰਦੋਬਸਤ ਕੀਤਾ ਹੋਇਆ। ਉੱਚੋ ਹਾਥੀ ਅੰਬਾਰੀ ਲਾਲ। ਉਹ ਹਾਥੀ ਦੇ ਉੱਤੇ ਜਿਹੜੀ ਉਹਦੀ ਅੰਬਾਰੀ ਲਾਲ ਰੰਗ ਦੀ ਹੈ, ਜਿਹਦੇ ਵਿੱਚ ਉਹ ਬੈਠਾ ਹੈ। ਰਹਿ ਤਹਾਨੈ ਡਰਤਵ ਨਾਲ। ਉੱਥੇ ਉਹ ਡਰਦਾ ਰਹਿੰਦਾ ਹੈ, ਉੱਥੇ ਉਹਨੂੰ ਖਤਰਾ ਹੈ ਵੀ ਸਿੰਘ ਕਿਤੇ ਆ ਨਾ ਜਾਣ, ਪਾਪੀ ਕੇ ਮਾਰਨੇ ਕੋ ਪਾਪ ਮਾਂ ਬਲੀ ਹੈ। ਉੱਥੇ ਰਹਿ ਤਹਾਂ ਡਰ ਤੋਂ ਨਾਲ, ਡਰ ਦੇ ਨਾਲ ਰਹਿੰਦਾ ਹੈ। ਭਾਵ ਆਪਣਾ ਬਚਾਅ ਕਰਨ ਵਾਸਤੇ ਉਹਨੇ ਪੂਰਾ ਬਚਾਅ ਕੀਤਾ ਹੋਇਆ ਹੈ। ਆਪਣੀ ਜਾਨ ਦੀ ਹਿਫਾਜ਼ਤ ਦੀਆਂ ਜਿੰਨੀਆਂ ਵੀ ਉਹ ਕੜਾਈਆਂ ਕਰ ਸਕਦਾ ਕਰਕੇ ਖੜਾ ਹੈ। ਲਗ ਹਾਥੀ ਕੇ ਉੱਪਰ ਬਹਿ। ਛੋਟੇ ਹਾਥੀ ਤੇ ਰਹਿੰਦਾ, ਬਹੁਤੇ ਉੱਚੇ ਹਾਥੀ ਤੇ ਨਹੀਂ, ਕਿਉਂਕਿ ਛੋਟੇ ਹਾਥੀ ਤੋਂ ਉਤਰ ਕੇ ਦੂਜੇ ਘੋੜੇ ਤੇ ਚੜ੍ਹਨਾ ਜੰਗ ਦੇ ਵਿੱਚ ਸੌਖਾ ਹੁੰਦਾ ਹੈ। ਕਭੀ ਘੋੜਾ ਕਪਾਲ ਕੀ ਬਹਿ। ਕਦੀ ਘੋੜੇ ਦੀ ਸਵਾਰੀ ਕਰ ਲੈਂਦਾ ਜਦੋਂ ਉਹਨੂੰ ਮਹਿਸੂਸ ਹੁੰਦਾ ਵੀ ਮੈਂ ਛੇਤੀ ਜਾਣਾ। ਕਦੀ ਪਾਲਕੀ ਦੇ ਵਿੱਚ ਆਰਾਮ ਨਾਲ ਵੀ ਜਾਂਦਾ ਆਉਂਦਾ ਹੈ। ਰਖੇ ਚੁਫੇਰੇ ਪੈਦਲ ਘਣੀ। ਦੀਵਾਨ ਲੱਖੂ ਨੇ ਆਪਣੇ ਆਲੇ ਦੁਆਲੇ ਪੈਦਲ ਫੌਜ ਦਾ ਬੜਾ ਘੇਰਾ ਬੰਨ ਕੇ ਰੱਖਿਆ ਹੋਇਆ। ਫਿਰ ਅਸਵਾਰੀ ਫੌਜ ਜੈ ਬਣੀ। ਪੈਦਲ ਸਵਾਰਾਂ ਤੋਂ ਬਾਅਦ ਉਹਨੇ ਘੋੜ ਸਵਾਰ ਵੀ ਲਾਏ ਹੋਏ ਨੇ। ਆਗੇ ਰਖੇ ਊਠ ਜੰਬੂਰੇ। ਅਗਲੇ ਪਾਸੇ ਉਹਨੇ ਊਠਾਂ ਦੇ ਉੱਤੇ ਜਿਹੜੀਆਂ ਬੰਦੂਕਾਂ ਫਿੱਟ ਕਰਕੇ ਚਲਾਈਆਂ ਜਾਂਦੀਆਂ ਨੇ, ਉਹ ਲੱਕੜ ਦਾ ਇੱਕ ਉਹਨਾਂ ਨੇ ਬਣਾਇਆ ਹੁੰਦਾ, ਉਹਦੇ ਵਿੱਚ ਤੋਪ ਫਿੱਟ ਕੀਤੀ ਹੁੰਦੀ, ਊਠ ਦੇ ਉੱਤੇ ਕਾਠੀ ਦੇ ਨਾਲ ਬੰਨੀ ਹੁੰਦੀ ਹੈ। ਉਹ ਜਿਹੜੀਆਂ ਊਠਾਂ ਵਾਲੇ ਜੰਬੂਰੇ ਹਨ, ਛੋਟੀਆਂ ਤੋਪਾਂ, ਉਹਦੀਆਂ ਉਹਨੇ ਬਹੁਤ ਸਾਰੀਆਂ ਪਾਲਾਂ ਅੱਗੇ ਆਪਣੀ ਹਿਫਾਜ਼ਤ ਲਈ ਖੜੀਆਂ ਕੀਤੀਆਂ ਹੋਈਆਂ ਨੇ। ਆਗੇ ਤੋਪਣ ਕੀ ਬਿਦਪੂਰੇ। ਉਸ ਤੋਂ ਅੱਗੇ ਤੋਪਖਾਨਾ ਉਹਦੇ ਕੋਲ ਬੜਾ ਤਗੜਾ ਲੜਨ ਵਾਸਤੇ ਰੱਖਿਆ ਹੋਇਆ। ਦੋਹਰਾ ਸੁੱਖਾ ਸਿੰਘ ਸੋ ਨ ਟਰਿਓ ਕਰੀ ਤਿਸ ਪੈ ਦੌੜ। ਪਰ ਸੁੱਖਾ ਸਿੰਘ ਕਿੱਥੇ ਟਲਣ ਵਾਲਾ ਸੀਗਾ? ਸੁੱਖਾ ਸਿੰਘ ਟਲਿਆ ਨਹੀਂ। ਉਹ ਕਹਿੰਦਾ ਮੈਂ ਤੇ ਚੱਲਿਆ ਲੱਖੂ ਨੂੰ ਮਾਰ ਕੇ ਹੀ ਆਵਾਂਗਾ। ਇਹ ਇਰਾਦਾ ਕਰਕੇ ਸੁੱਖਾ ਸਿੰਘ ਉਸ ਪਾਸੇ ਆਪਣਾ ਘੋੜਾ ਦੌੜਾ ਕੇ ਗਿਆ ਜਿੱਧਰ ਹਲਕਾਰਿਆਂ ਨੇ ਲੱਖੂ ਦੀ ਦੱਸ ਪਾਈ ਸੀ। ਜੰਬੂਰੇ ਕਾ ਗੋਲਾ ਲਗਿਓ ਦਈ ਟਾਂਗ ਤਿਸ ਤੋੜ। ਪਰ ਜਦੋਂ ਸੁੱਖਾ ਸਿੰਘ ਉਸ ਪਾਸੇ ਗਿਆ, ਉਧਰੋਂ ਤੇ ਬੜੇ ਗੋਲੇ ਚੱਲ ਰਹੇ ਸੀ, ਅੱਗ ਵਰ ਰਹੀ ਸੀ।
ਜੰਬੂਰੇ ਦਾ ਗੋਲਾ ਲੱਗਿਓ। ਜਿਹੜਾ ਊਂਠ ਦੇ ਉੱਤੇ ਜੰਬੂਰਾ ਹੁੰਦਾ ਉਹ ਐਡੀ ਸਾਰੀ ਤੋਪ ਹੁੰਦੀ ਹੈ, ਉਹਦੇ ਵਿੱਚ ਕੋਈ 2-4 ਕਿਲੋ ਦਾ ਭਾਰਾ ਗੋਲਾ ਪਾਇਆ ਜਾਂਦਾ ਹੈ, ਵੱਡਾ ਗੋਲਾ। ਇੱਕ ਵੱਡੀਆਂ ਤੋਪਾਂ ਹੁੰਦੀਆਂ ਤੇ ਬਹੁਤ ਭਾਰੇ ਗੋਲੇ ਹੁੰਦੇ ਆ, ਪਰ ਜਿਹੜੇ ਜੰਬੂਰੇ ਦੇ ਗੋਲੇ ਹੁੰਦੇ ਆ ਉਹ ਛੋਟੇ ਹੁੰਦੇ ਆ, ਪਰ ਫਿਰ ਵੀ 5-7 ਕਿਲੋ ਭਾਰ ਹੁੰਦਾ ਉਹਦੇ ਵਿੱਚ। ਉਹ ਸਾਰਾ ਹੀ ਸਿੱਕੇ ਦੇ ਬਣੇ ਹੁੰਦੇ ਗੋਲੇ। ਉਹ ਗੋਲਾ ਆ ਕੇ ਜਥੇਦਾਰ ਸੁੱਖਾ ਸਿੰਘ ਦੇ ਪੱਟ ਤੇ ਵੱਜਾ, ਘੋੜੇ ਦੇ ਚੜੇ ਦੇ, ਤੇ ਪੱਟ ਤੋਂ ਲੱਤ ਟੁੱਟ ਗਈ। ਚੌਪਈ ਟੂਟੀ ਟੰਗ ਤੇ ਬੇਬਲ ਪਈ। ਆਹ ਲੱਤ ਜਿਹੜੀ ਸੀ ਸਾਹ ਸੰਗਤ ਦੀ ਚੂਰ ਚੂਰ ਹੋ ਗਈ। ਹੱਡੀ ਜਿਹੜੀ ਸੀ ਨਾ ਪੱਟ ਜਦੋਂ ਸੁੱਖਾ ਸਿੰਘ ਦੀ ਟੁੱਟ ਗਈ, ਭਾਵ ਹੁਣ ਉਹ ਲੱਤ ਕੰਮ ਦੀ ਨਹੀਂ ਰਹੀ। ਉਸ ਐਡਾ ਵੱਡਾ ਯੋਧਾ, ਐਡਾ ਸ਼ਾਹ ਸਵਾਰ, ਜੰਗ ਦੇ ਮੈਦਾਨ ਵਿੱਚ ਸੁੱਖਾ ਸਿੰਘ ਲਾਚਾਰ ਹੋ ਗਿਆ। ਪਹੁੰਚ ਨਾ ਸਕਿਓ ਮਨ ਕੀ ਮਨ ਕਹੀਂ। ਮਨ ਦੀ ਗੱਲ ਜਿਹੜੀ ਕਹੀ ਸੀ ਨਾ ਉਹ ਮਨ ਵਿੱਚ ਰਹਿ ਗਈ। ਸੁੱਖਾ ਸਿੰਘ ਲੱਖੂ ਤੱਕ ਪਹੁੰਚ ਨਹੀਂ ਸਕਿਆ। ਜੇ ਪਹੁੰਚ ਜਾਂਦਾ ਤਾਂ ਛੱਡਦਾ ਨਾ, ਬੜਾ ਫੁਰਤੀਲਾ ਸੀ, ਪਰ ਜੋ ਪਰਮੇਸ਼ਰ ਨੂੰ ਮਨਜ਼ੂਰ ਸੀਗਾ, ਸੁੱਖਾ ਸਿੰਘ ਦੀ ਲੱਤ ਪੱਟ ਦੇ ਕੋਲੋਂ ਟੁੱਟ ਗਈ। ਲੀਨੀ ਟੰਗ ਹਨੇ ਸਿਓ ਬੰਦ। ਹੌਸਲਾ ਬੜਾ ਸੀ ਉਹਦਾ। ਉਹਨੇ ਉਸੇ ਵੇਲੇ ਆਪਣੇ ਕਮਰ ਕਸੇ ਦਾ ਕੋਈ ਕੱਪੜਾ ਕੱਢਿਆ ਤੇ ਉਹ ਜਿਹੜੀ ਪੱਟ ਲੱਤ ਸੀ ਨਾ, ਉਹ ਘੋੜੀ ਦੀ ਕਾਠੀ ਨਾਲ ਹੀ ਉੱਥੇ ਹੀ ਹੰਨੇ ਦੇ ਚੜ੍ਹਦੇ ਹੀ ਬੰਨ੍ਹ ਲਈ। ਉੱਤੇ ਹੀ ਘੋੜੇ ਦੇ ਆਪਣੀ ਲੱਤ ਨੂੰ ਖੱਬੇ ਪਾਸਿਓਂ ਉਹਨੇ ਲਾ ਕੇ ਨਾਲ, ਤੇ ਘੋੜੇ ਦੇ ਕਾਠੀ ਦੇ ਨਾਲ ਹੀ ਉਹਨੂੰ ਜਕੜ ਬੰਦ ਮਾਰ ਲਿਆ। ਅੱਗੇ ਲਗੇ ਨਾ ਚੜਨੋਂ ਫੰਦ। ਹੁਣ ਅੱਗੇ ਜਾ ਨਹੀਂ ਸਕਿਆ। ਜਿੱਧਰ ਉਹ ਜਾਣਾ ਚਾਹੁੰਦਾ ਸੀ ਨਾ, ਲੱਖੂ ਵਾਲੇ ਪਾਸੇ, ਉਧਰ ਉਹਦਾ ਫਿਰ ਜਾਣ ਦਾ ਕੋਈ ਰਾਹ ਨਾਮ ਬਣਿਆ। ਤਬੈ ਸੁੱਖਾ ਸਿੰਘ ਪਾਛੇ ਮੁੜਾ। ਅਖੀਰ ਹਾਰ ਕੇ ਫਿਰ ਪਿਛਾ ਮੁੜਨਾ ਪਿਆ। ਸੁੱਖਾ ਸਿੰਘ ਨੂੰ ਲੱਤ ਟੁੱਟ ਗਈ। ਕਭੀ ਮੁੜੈ ਕਭੀ ਹੋ ਰਹਿ ਖੜਾ। ਪਰ ਉਹਦਾ ਗੁੱਸਾ ਇੰਨਾ ਸੀਗਾ, ਉਹਦਾ ਦਲੇਰੀ ਉਹਦੀ ਇੰਨੀ ਸੀ, ਕਦੀ ਪਿਛਾ ਜਾਂਦਾ ਸੀ ਫਿਰ ਖਲੋ ਕੇ ਦੇਖਦਾ ਸੀ, ਕਹਿੰਦਾ ਵੀ ਸ਼ਾਇਦ ਦਾ ਲੱਗ ਜਾਵੇ ਫੇਰ ਮੈਂ ਜਾ ਪਾਵਾਂ। ਇੰਨਾ ਉਹਦਾ ਹੌਸਲਾ ਸੀ ਸੁੱਖਾ ਸਿੰਘ ਦਾ। ਤੋਪੀ ਸਿੰਘ ਹੀ ਰੱਖੇ ਹਥਿਆਰ। ਫੇਰ ਵੀ ਸਾਰੇ ਸਿੰਘ ਉਹਦੇ ਨਾਲ ਜਿਹੜੇ ਸ਼ਸਤਰ ਧਾਰੀ ਉਹ ਲੜ ਰਹੇ, ਤੇ ਉਹ ਆਪ ਵੀ ਲੜ ਰਿਹਾ ਸੀ। ਲੱਤ ਟੁੱਟਣ ਦੇ ਬਾਵਜੂਦ ਵੀ ਗੋਲੀ ਚਲਾ ਲੈਂਦਾ ਸੀ, ਤੀਰ ਚਲਾ ਲੈਂਦਾ ਸੀ। ਹਟੋ ਤਪ ਕੇ ਬਲੈ ਸੰਭਾਰ। ਭਾਈ ਸਾਹਿਬ ਜੀ ਲਿਖ ਰਹੇ ਨੇ, ਹੱਠ ਤਪ ਦਾ ਜਿਹੜਾ ਇੱਕ ਮਹਾਪੁਰਸ਼ਾਂ ਦਾ, ਯੋਧਿਆਂ ਦਾ, ਸਿੰਘਾਂ ਦਾ ਹੁੰਦਾ ਹੈ ਨਾ ਪਹਿਰਾ, ਉਹ ਭਾਈ ਸੁੱਖਾ ਸਿੰਘ ਉਹਦੀ ਪ੍ਰਤੱਖ ਮੂਰਤੀ ਸੀਗੀ। ਇਹਨੂੰ ਕਹਿੰਦੇ ਹੱਠ ਤਪ। ਕਈ ਲੋਕ ਹੱਠ ਤਪ ਨੂੰ ਸਮਝਦੇ ਨਹੀਂ, ਕਹਿੰਦੇ ਪਤਾ ਨਹੀਂ ਹੱਠ ਤਪ ਕੀ ਹੁੰਦਾ, ਉੱਥੇ ਲਟਕਣਾ ਹੁੰਦਾ ਹੈ, ਜਾਂ ਪਾਣੀ 'ਚ ਬਹਿ ਕੇ ਤਪ ਕਰਨਾ ਹੁੰਦਾ, ਜਾਂ ਅੱਗ ਦੇ ਵਿੱਚ ਬਹਿ ਕੇ ਧੂਣੀਆਂ ਤਾਣਾ ਹੱਠ ਤਪ ਹੁੰਦਾ। ਖਾਲਸਾ ਜੀ, ਆਹ ਹੱਠ ਤਪ ਹੁੰਦਾ ਜਿਹੜਾ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਕਰ ਰਹੇ ਮੈਦਾਨੇ ਜੰਗ ਦੇ ਵਿੱਚ। ਤੋਪ ਦੇ ਨਾਲ ਲੱਤ ਟੁੱਟ ਗਈ ਹੈ ਤੇ ਲੱਤ ਬੰਨ੍ਹ ਕੇ ਘੋੜੇ ਦੀ ਕਾਠੀ ਹੰਨੇ ਨਾਲ ਤੇ ਫੇਰ ਵੀ ਲੜ ਰਿਹਾ ਹੈ। ਕਿੱਡਾ ਉਹਦਾ ਹੌਸਲਾ ਹੈ। ਹਾਂਜੀ, ਜਹਾਂ ਹੋਏ ਸਿੰਘਨ ਕੋ ਭੀੜ। ਜਿੱਥੇ ਸਿੰਘਾਂ ਦੇ ਕੋਈ ਭੀੜ ਪੈਂਦੀ ਹੈ, ਸਿੰਘਾਂ ਦੇ ਕੋਈ ਮੁਸੀਬਤ ਪੈਂਦੀ ਹੈ, ਤਹੀਂ ਸੋ ਟਾਹੇ ਜਾਏ ਸਰੀਰ। ਉੱਥੇ ਜਾ ਕੇ ਸਿੰਘਾਂ ਦੀ ਉਹ ਮਦਦ ਕਰਦਾ। ਉੱਥੇ ਜਾ ਕੇ ਸਿੰਘਾਂ ਨੂੰ ਹੌਸਲਾ ਦਿੰਦਾ, ਘੋੜਾ ਦੜਾ ਕੇ, ਤਗੜੇ ਰਹੋ ਸਿੰਘੋ, ਕੋਈ ਗੱਲ ਨਹੀਂ, ਕਹਿੰਦੇ ਆਪਾਂ ਇਹਨੂੰ ਲੱਖੂ ਨੂੰ ਛੱਡਦੇ। ਇੰਨਾ ਹੌਸਲਾ ਮਿਲ ਜਾਂਦਾ। ਸਿੰਘ ਕਹਿੰਦੇ ਸਾਡਾ ਜਥੇਦਾਰ ਕਿੱਡਾ ਦਲੇਰ ਹੈ, ਤੇ ਉਹ ਵੀ ਤਾਂ ਤਗੜੇ ਹੋ ਕੇ ਲੜਨ ਲੱਗ ਜਾਂਦੇ ਆ। ਔਰ ਸੁਣੋ ਅਬ ਅਗਲੀ ਬਾਤ। ਹੁਣ ਅਗਲੀ ਗੱਲ ਹੋਰ ਸੁਣੋ, ਕੀ ਭਾਣਾ ਵਰਤਿਆ, ਕਿੱਦਾਂ ਹੋਇਆ। ਕਿਛ ਪਰਬਤ ਕਿਛ ਨਿਹਿਲ ਕਾਤ। ਕੁਝ ਸਿੰਘ ਪਹਾੜ ਤੇ ਉੱਪਰ ਚੜ੍ਹ ਗਏ ਸਨ। ਜਿਵੇਂ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਵੀ 4000 ਸਿੰਘ ਉੱਪਰ ਚੜ੍ਹੇ ਸਨ, ਜਿਨ੍ਹਾਂ ਚੋਂ ਬਹੁਤ ਸਾਰੇ ਉੱਪਰ ਵੱਖਰੀ ਵੱਖਰੀ ਥਾਵਾਂ ਤੇ ਘਿਰ ਕੇ ਮਾਰੇ ਗਏ। ਇਕੱਠੇ ਨਹੀਂ ਨਾ ਹੋ ਸਕੇ ਉੱਪਰ ਪਹਾੜਾਂ ਵਿੱਚ। ਪਹਾੜ ਦਾ ਰਸਤਾ ਇਹੋ ਜਿਹਾ ਹੁੰਦਾ, ਮਸੀਂ 1-2 ਬੰਦੇ ਲੰਘਦੇ, ਕੋਈ 10 ਕਦਮ ਅੱਗੇ ਲੰਘ ਗਿਆ, ਕੋਈ ਪਿੱਛੇ। ਮੈਦਾਨ ਤਾਂ ਹੁੰਦਾ ਨਹੀਂ ਵੀ ਇਕੱਠੇ ਹੋ ਜਾਣ। ਉਹ ਸਿੰਘ ਵਿਚਾਰੇ ਉੱਪਰ ਬੜੀਆਂ ਮੁਸੀਬਤਾਂ 'ਚ ਮਾਰੇ ਗਏ। ਜਿਹੜੇ ਥੱਲੇ ਸਨ ਉਹ ਇਹ ਸੋਚੀ ਜਾਂਦੇ ਸਨ ਉੱਪਰ ਵਾਲੇ ਚਲੇ ਗਏ ਹੋਣਗੇ। ਉਹਨਾਂ ਨੂੰ ਕੀ ਪਤਾ ਵੀ ਉੱਤੇ ਕੀ ਭਾਣਾ ਵਰਤ ਰਿਹਾ, 10 ਮੀਂਹ ਲੱਗੇ ਕੀ ਹੈ, ਉਸ ਤੋਂ 10 ਮੀਂਹ ਲੱਗੇ ਕੀ ਹੈ। ਜਦੋਂ ਇਹੋ ਜਿਹਾ ਸਮਾਂ ਹੁੰਦਾ, ਜੰਗ ਦਾ ਪਸਾਰਾ ਬਹੁਤ ਵੱਡਾ ਹੁੰਦਾ, ਕਈ ਮੀਲਾਂ ਵਿੱਚ, ਔਰ ਬੰਦਾ ਦੌੜਦਾ ਉਸ ਵੇਲੇ ਫਿਰ ਉਹਦੇ ਮੀਲ ਥੋੜਾ ਮਿਣੇ ਜਾਂਦੇ ਆ, ਕਿੰਨੀ ਦੂਰ ਲੰਘ ਜਾਂਦਾ। ਏਦਾਂ ਉਹ ਸਿੰਘ ਖਿੰਡ ਗਏ ਉੱਪਰ ਵਾਲੇ।
ਕੁਝ ਸਿੰਘ ਰਹਿ ਗਏ ਪਹਾੜ ਦੀ ਨੀਲ ਕਹਿੰਦੇ ਜਿਹੜੀ ਪਹਾੜ ਦੀ ਤਰਾਈ ਹੁੰਦੀ ਹੈ, ਦੂਣ ਹੁੰਦੀ ਹੈ, ਪਹਾੜ ਦਾ ਥੱਲੇ ਵਾਲਾ ਇਲਾਕਾ, ਉੱਥੇ ਸਿੰਘ ਲੜ ਰਹੇ ਸਨ। ਜੋ ਤਬ ਖਾਲਸੇ ਮਤਾ ਪਕਾਇਆ, ਹੁਣ ਸਿੰਘਾਂ ਨੇ ਗੁਰਮਤਾ ਕੀਤਾ ਆਪਸ ਵਿੱਚ। ਹਮ ਤੇ ਤੁਰਕ ਨ ਜਾਤ ਪਜਾਇਆ, ਸਿੰਘਾਂ ਨੂੰ ਨਜ਼ਰ ਆ ਗਿਆ ਵੀ ਸਾਡੀ ਹਾਰ ਹੋਣੀ ਹੈ। ਇਹ ਤੁਰਕ ਜਿਹੜੇ ਆ ਸਾਡੇ ਤੋਂ ਹੁਣ ਜਿੱਤੇ ਨਹੀਂ ਜਾ ਸਕਦੇ, ਇਹਨਾਂ ਦੀ ਫੌਜ ਬਹੁਤ ਜ਼ਿਆਦਾ ਹੈ, ਅਸੀਂ ਇਹਨਾਂ ਦੇ ਸਾਹਮਣੇ ਆਟੇ ਦੇ ਲੂਣ ਦੇ ਬਰਾਬਰ ਵੀ ਨਹੀਂ। ਇਹ ਬਹੁਤੇ ਹਮ ਹੈ ਅਤ ਥੋੜੇ, ਇਹ ਬਹੁਤੇ ਨੇ ਅਸੀਂ ਥੋੜੇ ਹਾਂ। ਭੁੱਖੇ ਹਮ ਓ ਭੁੱਖੇ ਕੋੜੇ, ਇੱਕ ਅਸੀਂ ਰੋਟੀ ਖਾਧੀ, ਕਈ ਦਿਨ ਹੋ ਗਏ ਭੁੱਖੇ ਹਾਂ। ਪਾਣੀ ਦਾ ਘੁੱਟ ਵੀ ਕਿਸੇ ਨੂੰ ਪੀਣ ਨੂੰ ਮਿਲਦਾ, ਕਿਸੇ ਨੂੰ ਨਹੀਂ ਮਿਲਦਾ ਉੱਥੇ। ਤੇ ਉਧਰੋਂ ਘੋੜਿਆਂ ਨੂੰ ਵੀ ਕਈ ਦਿਨ ਹੋ ਗਏ ਖੁਰਾਕ ਨਹੀਂ ਮਿਲੀ, ਦਾਣਾ ਨਹੀਂ ਮਿਲਿਆ, ਤੇ ਘੋੜੇ ਵੀ ਭੁੱਖੇ ਹਨ। ਅਬ ਹਮ ਇਮਤੇ ਜਾਵੇਂ ਪਾਜ, ਹੁਣ ਦਾ ਇਹ ਤਰੀਕਾ ਹੈ ਕਿ ਅਸੀਂ ਇੱਥੋਂ ਕਿਸੇ ਤਰੀਕੇ ਨਾਲ ਆਪਣੀ ਜਾਨ ਬਚਾ ਕੇ ਭੱਜੀਏ। ਸੁਦੇ ਹੋਏ ਫਿਰ ਕਰ ਹੈ ਕਾਜ, ਜਦੋਂ ਥੋੜੇ ਦਿਨਾਂ 'ਚ ਸਾਨੂੰ ਆਰਾਮ ਮਿਲ ਜਾਏਗਾ, ਸਾਡੀ ਤਾਕਤ ਬਣ ਜਾਏਗੀ, ਫਿਰ ਅਸੀਂ ਇਹਨਾਂ ਦੁਸ਼ਟਾਂ ਨੂੰ ਸੋਧਾ ਲਾਵਾਂਗੇ। ਚਾਰੋ ਕੁੰਟਨ ਕੋ ਭਜ ਜਾਵੋ, ਹੁਣ ਚਾਰੇ ਪਾਸੇ ਜਿੱਧਰ ਜਿੱਧਰ ਰਾਹ ਹੈ ਉਧਰ ਭੱਜ ਜਾਈਏ, ਦੁਸ਼ਮਣ ਵੀ ਖਿੰਡ ਜਾਏਗਾ ਤੇ ਅਸੀਂ ਵੀ ਆਪਣੀਆਂ ਜਾਨਾਂ ਬਚਾ ਲਵਾਂਗੇ। ਅਬ ਤੋ ਨਟ ਕਰ ਵਕਤ ਲੰਗਾਵੋ, ਉਹਦਾ ਨੱਠ ਕੇ ਹੀ ਬਚਣਾ ਹੈ, ਇਹੀ ਤਰੀਕਾ ਹੈ ਲੜਾਈ ਦੇ 2.5 ਫੱਟਾਂ ਵਿੱਚੋਂ। ਹਮਕੋ ਨਠਨਾ ਗੁਰੂ ਬਤਾਇਆ, ਸਾਡੇ ਗੁਰੂ ਸਾਹਿਬ ਨੇ ਜੰਗ ਦੇ ਵਿੱਚ ਨੱਠਣ ਦੇ ਬਾਰੇ ਦਸਮ ਗ੍ਰੰਥ ਦੇ ਵਿੱਚ ਨੀਤੀਆਂ ਲਿਖੀਆਂ ਹੋਈਆਂ ਨੇ। ਸਾਰੀਆਂ ਗੱਲਾਂ ਦਸਮ ਪਾਤਸ਼ਾਹ ਦੀ ਬਾਣੀ ਚ ਆਉਂਦੀਆਂ ਵੀ ਕਿੱਥੇ ਲੜਨਾ ਹੈ, ਕਿੱਥੇ ਬਚਾਅ ਕਰਨਾ ਹੈ, ਕਿਵੇਂ ਦੁਸ਼ਮਣ ਨੂੰ ਮਾਰਨਾ ਹੈ, ਕਿਵੇਂ ਆਪਣਾ ਬਚਾਅ ਕਰਨਾ ਹੈ। ਤੇ ਉਹਦੇ ਵਿੱਚ ਕ੍ਰਿਸ਼ਨ ਭਗਵਾਨ ਦਾ ਜੰਗ ਚੋਂ ਜਿਹੜਾ ਹਾਰ ਕੇ ਭੱਜਣ ਦਾ ਸੀਨ ਹੈ, ਉਹ ਕੀ ਹੈ? ਜਦੋਂ ਕਾਲ ਜਮਨ ਦੇ ਅੱਗੇ ਭਗਵਾਨ ਦੌੜਦੇ ਹੈ ਤੇ ਉਹ ਕਾਲ ਜਮਨ ਬੜੇ ਹੰਕਾਰ ਨਾਲ ਪਿੱਛਾ ਕਰਦਾ, ਅਖੀਰ ਕਾਲ ਜਮਨ ਮਾਰਿਆ ਜਾਂਦਾ, ਭਗਵਾਨ ਨਿਕਲ ਆਉਂਦੇ ਉਹਦੇ ਵਿੱਚੋਂ। ਇਹ ਰਣ ਦੀ ਨੀਤੀ ਹੈ ਜਿਹੜੀ ਸਤਿਗੁਰੂ ਕਲਗੀਆਂ ਵਾਲੇ ਨੇ ਆਪਣੀ ਬਾਣੀ 'ਚ ਦੱਸੀ ਹੈ। ਢਾਈ ਪਟ ਮੈਂ ਫਟ ਗਿਨਾਇਆ, 2.5 ਫੱਟਾਂ ਵਿੱਚੋਂ ਲੜਾਈ ਦੇ ਜਿਹੜਾ ਅੱਧਾ ਫੱਟ ਇਹੀ ਹੁੰਦਾ। ਇੱਕ ਫੱਟ ਹੁੰਦਾ ਲੜਾਈ ਦਾ ਕਿ ਦੁਸ਼ਮਣ ਨਾਲ ਸੁਲ੍ਹਾ ਕਰ ਲੈਣੀ, ਦੂਜਾ ਹੁੰਦਾ ਦੁਸ਼ਮਣ ਨੂੰ ਪੈਸੇ ਦੇ ਦੇਣੇ, ਦਾਮ ਦੇ ਦੇਣਾ, ਤੀਜਾ ਹੁੰਦਾ ਦੌੜ ਜਾਣਾ। ਇਹ ਲੜਾਈ ਦੇ 2.5 ਫੱਟ ਹੁੰਦੇ ਆ ਜਿਹੜੇ ਅਸਲ ਅੰਦਰ ਦੀ ਭੇਦ ਦੀ ਗੱਲ ਹੈ। ਹਾਂਜੀ, ਚੈਤਨ ਕੇ ਦੇਵਤੇ ਭਜ ਗਏ, ਦੇਖੋ ਕਥਾ ਮਹਾਰਾਜ ਨੇ ਦਸਮ ਦੇ ਵਿੱਚ ਬਹੁਤ ਸਾਰੀ ਲਿਖੀ ਹੈ। ਗਏ ਦੇਵਤੇ ਭਾਜ, ਚੰਡੀ ਚਰਿੱਤਰ ਦੇ ਵਿੱਚ ਬਚਨ ਆਉਂਦਾ ਦਸਮ ਪਾਤਸ਼ਾਹ ਦੀ ਬਾਣੀ 'ਚ। ਜਦੋਂ ਵੇਖਿਆ ਦੇਵਤਿਆਂ ਨੇ ਦੈਂਤਾਂ ਦੀ ਫੌਜ ਬਹੁਤ ਜ਼ਿਆਦਾ ਹੈ, ਉਹ ਉੱਥੋਂ ਭੱਜ ਗਏ, ਮੈਦਾਨ ਛੱਡ ਕੇ ਪਰੇ ਹੋ ਗਏ। ਫਿਰ ਤਾਕਤ ਇਕੱਠੀ ਕਰਕੇ ਚੰਡੀ ਨੂੰ ਲੈ ਕੇ ਫਿਰ ਆ ਗਏ ਲੜਨ ਵਾਸਤੇ। ਇਹ ਤਾਂ ਨਹੀਂ ਵੀ ਸਾਹਮਣੇ ਮਾਰੀ ਜਾਣਾ ਹੈ, ਜੇ ਆਪਾਂ ਮਾਰੀ ਗਏ ਦੁਸ਼ਮਣ ਦਾ ਰਾਹ ਸਾਫ਼ ਹੈ, ਫਿਰ ਦੁਸ਼ਮਣ ਨੂੰ ਕੌਣ ਖਤਮ ਕਰੇਗਾ? ਇਸ ਕਰਕੇ ਲੜਾਈ ਲੰਮੀ ਸਮਾਂ ਲੜਨੀ ਇਹ ਰਾਜਨੀਤੀ ਹੈ, ਇਹ ਰਣਨੀਤੀ ਹੈ। ਸਿੰਘਾਂ ਨੇ ਆਪਸ ਵਿੱਚ ਫਿਰ ਇਹ ਗੁਰਮਤਾ ਕੀਤਾ। ਆਪਣੋ ਦੇਸ ਲੇਤ ਫਿਰ ਪੈ, ਦੇਵਤੇ ਇੱਕ ਵਾਰੀ ਭੱਜ ਗਏ। ਇਹ ਵਿਚਾਰਿਓ ਮਨ ਵਿਖਿਆ ਲੇਹ ਸ਼ਿਵਾ ਤੇ ਰਾਜ। ਪਾਤਸ਼ਾਹੀ 10ਵੀਂ ਕਲਗੀਧਰ ਜੀ ਦਾ ਦੋਹਰਾ ਹੈ, ਚੰਡੀ ਚਰਿੱਤਰ ਵਿੱਚ ਮਹਾਰਾਜ ਨੇ ਲਿਖਿਆ। ਉਹ ਕਹਿੰਦੇ ਉਹਨਾਂ ਨੇ ਮਨ 'ਚ ਵਿਚਾਰ ਕੀਤੀ ਜੇ ਅੱਜ ਮਰ ਕੇ ਕੁਝ ਨਹੀਂ ਮਿਲਣਾ, ਤੇ ਜੇ ਅੱਜ ਨਿਕਲ ਗਏ ਫਿਰ ਇਹਨਾਂ ਕੋਲੋਂ ਰਾਜ ਖੋਹ ਲਵਾਂਗੇ। ਕਿਸ਼ਨ ਆਪ ਲੁਕ ਗਇਓ ਕਈ ਵਾਰ, ਕ੍ਰਿਸ਼ਨ ਜੀ ਕਈ ਵਾਰੀ ਲੁਕ ਕੇ ਜਾਨ ਬਚਾਈ। ਰਣਨੀਤੀ ਹੈ, ਜੰਗ ਦੇ ਵਿੱਚ ਕਰਨਾ ਪੈਂਦਾ। ਦੁਸ਼ਮਣ ਬਹੁਤ ਜ਼ਿਆਦਾ 24 ਖੂਣੀਆਂ ਫੌਜ ਲੈ ਕੇ ਕਾਲ ਜਮਨ ਤੇ ਜਰਾਸੰਧ ਆਉਂਦੇ ਤੇ ਉਹਨਾਂ ਦੇ ਨਾਲ ਯੁੱਧ ਕਰਨ ਲਈ ਕ੍ਰਿਸ਼ਨ ਜੀ ਨੂੰ ਕਈ ਨੀਤੀਆਂ ਵਰਤਾਣੀਆਂ ਪਈਆਂ। ਪੈ ਜੋ ਆਪ ਵਿਸ਼ਨ ਅਵਤਾਰ, ਦੇਖੋ ਜਿਹੜੇ ਭਗਵਾਨ ਵਿਸ਼ਨੂੰ ਦਾ ਅਵਤਾਰ ਸਨ ਸ੍ਰੀ ਕ੍ਰਿਸ਼ਨ ਜੀ, ਉਹਨਾਂ ਨੂੰ ਵੀ ਆਪਣੇ ਜੰਗ ਦੇ ਵਿੱਚ ਦੁਸ਼ਮਣ ਨੂੰ ਹਰਾਉਣ ਵਾਸਤੇ ਇਹ ਨੀਤੀ ਵਰਤਣੀ ਪਈ। ਪਸਮੰਤਰ ਤੇ ਸ਼ਿਵ ਗਏ ਭਾਜ, ਇੱਕ ਵਾਰੀ ਪਸ਼ਮਾਂਗਦ ਦੈਂਤ ਤੋਂ ਸ਼ਿਵ ਜੀ ਭੱਜ ਗਏ ਸਨ। ਇਹ ਕਥਾ ਇਸ ਤਰ੍ਹਾਂ ਹੁੰਦੀ, ਪਸ਼ਮਾਂਗਦ ਦੈਂਤ ਨੇ ਸ਼ਿਵ ਜੀ ਦੀ ਬੜੀ ਸੇਵਾ ਕੀਤੀ, ਬੜਾ ਖੁਸ਼ ਕੀਤਾ ਸ਼ਿਵ ਜੀ ਨੂੰ। ਸ਼ਿਵ ਜੀ ਖੁਸ਼ ਹੋ ਕੇ ਕਹਿਣ ਲੱਗੇ ਵਰ ਮੰਗ ਲੈ।
ਉਹਦਾ ਮਨ ਬੇਈਮਾਨ ਹੋ ਗਿਆ ਵੀ ਮੈਂ ਸ਼ਿਵ ਜੀ ਨੂੰ ਮਾਰ ਕੇ ਤੇ ਪਾਰਵਤੀ ਖੋਹ ਲਵਾਂ। ਭਗਵਾਨ ਕਹਿੰਦੇ ਵਰ ਮੰਗ। ਕਹਿੰਦਾ ਵਰ ਦਿਓਗੇ? ਕਹਿੰਦੇ ਤੈਨੂੰ ਕਹਿ ਦਿੱਤਾ ਜੋ ਮੰਗੇਗਾ ਦੇ ਦਿਆਂਗੇ। ਕਹਿੰਦਾ ਫਿਰ ਇਹ ਵਰ ਦਿਓ ਮੈਂ ਜਿਹਦੇ ਸਿਰ ਤੇ ਹੱਥ ਰੱਖਾਂ ਉਹ ਭਸਮ ਹੋ ਜੇ, ਜਿਹਦੇ ਸਿਰ ਤੇ ਮੈਂ ਹੱਥ ਰੱਖਾਂ ਉਹ ਮਰ ਜਾਵੇ। ਭਗਵਾਨ ਭੋਲੇਨਾਥ ਕਹਿੰਦੇ ਠੀਕ ਹੈ ਤਥਾਸਤੂ, ਇਦਾਂ ਹੀ ਹੋਵੇਗਾ। ਸ਼ਕਤੀ ਮਿਲ ਗਈ ਭਸਮਾਂਗਦ ਨੂੰ। ਉਹ ਦੌੜ ਪਿਆ ਸ਼ਿਵ ਜੀ ਦੇ ਸਿਰ ਤੇ ਹੱਥ ਰੱਖਣ ਨੂੰ ਵੀ ਇਹਦੇ ਸਿਰ ਤੇ ਹੱਥ ਰੱਖ ਕੇ ਇਹਦਾ ਹੀ ਕੰਮ ਕਰਦੇ ਆ। ਸ਼ਿਵ ਜੀ ਅੱਗੇ ਅੱਗੇ ਤੇ ਭਸਮਾਂਗਦ ਪਿੱਛੇ ਪਿੱਛੇ ਦੌੜੇ। ਅਖੀਰ ਜਾ ਕੇ ਜਦੋਂ ਸ਼ਿਵ ਜੀ ਨੇ ਵੇਖਿਆ ਵੀ ਹੁਣ ਕੋਈ ਚਾਰਾ ਨਹੀਂ, ਆਪਣਾ ਸਿਰ ਪਹਾੜ ਦੇ ਵਿੱਚ ਤੁੰਨ ਦਿੱਤਾ, ਗੁਫਾ ਦੇ ਵਿੱਚ, ਵੀ ਸਿਰ ਤੇ ਹੱਥ ਨਾ ਰੱਖੇ, ਸਿਰ ਲੁਕਾ ਲਿਆ ਪੱਥਰ ਦੇ ਪਹਾੜ ਦੇ ਵਿੱਚ। ਪਾਰਵਤੀ ਨੂੰ ਪਤਾ ਲੱਗਾ, ਉਹ ਆ ਗਈ ਪਿੱਛੋਂ, ਕਹਿੰਦੀ ਕੀ ਗੱਲ, ਕਿਉਂ, ਇਹ ਕੀ ਹੋ ਰਿਹਾ? ਉਹ ਪਾਰਵਤੀ ਨੂੰ ਜਾਣਦਾ ਸੀ, ਉੱਥੇ ਰਹਿੰਦਾ ਸੀ, ਸੇਵਾ ਕਰਦਾ ਸੀ। ਕਹਿਣ ਲੱਗਾ ਮੈਂ ਇਹਨੂੰ ਮਾਰਨਾ ਤੇ ਤੇਰੇ ਨਾਲ ਸ਼ਾਦੀ ਕਰਾਣੀ ਹੈ। ਉਹ ਕਹਿਣ ਲੱਗੀ ਸ਼ਾਦੀ ਤੂੰ ਮੇਰੇ ਨਾਲ ਕਰਾ ਲਈ, ਪਰ ਇਹ ਦੱਸ ਵੀ ਇਹਨੂੰ ਮਾਰੇਗਾ ਕਿਵੇਂ, ਕਿਵੇਂ ਮਾਰੇਗਾ? ਪਾਰਵਤੀ ਦੀ ਗੱਲ ਸੁਣ ਕੇ ਕਹਿਣ ਲੱਗਾ ਮੈਂ ਇਹਨੂੰ ਮਾਰਾਂਗਾ, ਇਹਦੇ ਸਿਰ ਤੇ ਹੱਥ ਰੱਖਾਂਗਾ, ਇਹਨੇ ਮੈਨੂੰ ਵਰ ਦਿੱਤਾ, ਇਹਦੇ ਕੋਲ ਵਰ ਲਿਆ ਮੈਂ, ਇਹਦੇ ਵਰ ਨਾਲ ਇਹਨੂੰ ਮਾਰ ਦਿਆਂਗਾ, ਖਤਮ ਕਰ ਦਿਆਂਗਾ। ਉਹ ਕਹਿੰਦੀ ਯਾ ਬੋਰਾ ਤੇ ਤੈਂ ਕਿਆ ਵਰ ਲਿਓ? ਓਏ ਭੋਲਿਆ, ਇਹ ਤਾਂ ਸੁੱਖਾ ਸਖਾ ਪੀ ਕੇ ਬੋਲ ਛੱਡਦਾ, ਇਵੇਂ ਹੀ ਹੋਵੇਗਾ ਤਥਾਸਤੂ, ਇਹਦੇ ਆਖਿਆ ਕੁਛ ਨਹੀਂ ਹੋਣਾ। ਇਹ ਤੇ ਬੋਲਾ ਮਸਤਾਨਾ, ਇਹ ਤੇ ਕਹਿ ਦਿੰਦਾ ਵੀ ਠੀਕ ਆ, ਤੇ ਤੇਰੇ ਵਰਗੇ ਗੱਲਾਂ 'ਚ ਆ ਜਾਂਦੇ ਆ। ਇਹਦੇ ਵਰ ਨਾਲ ਕੀ ਹੋ ਚੱਲਿਆ? ਯਾ ਬੋਰਾ ਤੇ ਕਿਆ ਵਰ ਦਿਓ? ਕੀ ਇਹਨੇ ਵਰ ਦੇਦਾ ਤੈਨੂੰ? ਇਹ ਕੁਛ ਨਹੀਂ ਹੋਣਾ, ਤੂੰ ਆਪਣੇ ਸਿਰ ਤੇ ਹੱਥ ਰੱਖ ਕੇ ਦੇਖ ਜਰਾ। ਉਹਨੇ ਇੱਕਦਮ ਆਪਣੇ ਸਿਰ ਤੇ ਹੱਥ ਰੱਖਿਆ, ਆਪ ਹੀ ਭਸਮ ਹੋ ਗਿਆ। ਭਾਈ ਰਤਨ ਸਿੰਘ ਜੀ ਪੰਗੂ ਲਿਖ ਰਹੇ ਨੇ ਵੀ ਜੇ ਲੋੜ ਪਈ ਸੀ ਤੇ ਸ਼ਿਵ ਜੀ ਨੂੰ ਵੀ ਦੌੜਨਾ ਪਿਆ ਸੀ ਮੈਦਾਨ ਵਿੱਚੋਂ। ਫਿਰ ਆਪਣੋ ਕਰ ਲੀਨੋ ਕਾਜ, ਤੇ ਫਿਰ ਉਹਨੇ ਟਾਈਮ ਮਿਲ ਗਿਆ, ਇਹਨੇ ਨੂੰ ਪਾਰਵਤੀ ਆ ਗਈ, ਆਪਣਾ ਕੰਮ ਸਿੱਧ ਕਰ ਲਿਆ, ਦੁਸ਼ਮਣ ਮਾਰ ਦਿੱਤਾ। ਤੇ ਜੇ ਸ਼ਿਵ ਜੀ ਉੱਥੇ ਖਲੋਤਾ ਰਹਿੰਦਾ ਤੇ ਉਹ ਆ ਕੇ ਸਿਰ ਤੇ ਰੱਖਦਾ ਹੱਥ ਤੇ ਮਾਰਿਆ ਜਾਂਦਾ ਸ਼ਿਵ ਜੀ, ਉਹ ਤਾਂ ਫਿਰ ਕੋਈ ਫਾਇਦਾ ਥੋੜਾ ਸੀ ਉਸ ਗੱਲ ਦਾ। ਦੁਸ਼ਮਣ ਨਾਲ ਉਹੀ ਚਾਲ ਚੱਲਣੀ ਪੈਂਦੀ ਜਿਹੜੀ ਦੁਸ਼ਮਣ ਚੱਲਦਾ ਹੋਵੇ। ਹਾਂਜੀ। ਦੋਹਰਾ ਸੁਖਾ ਸਿੰਘ ਤਖਾਨ ਥੋ ਜੋ ਕੰਬੋ ਮਾੜੀ ਵਾਲ। ਇਹ ਸੁਖਾ ਸਿੰਘ ਤਰਖਾਨ ਬਰਾਦਰੀ ਚੋਂ ਪਿੰਡ ਇਹਦਾ ਸੀਗਾ ਕੰਬੋਕੀ, ਤੇ ਮਾਝੇ 'ਚ ਪਿੰਡ ਹੈ ਮਾੜੀ ਕੰਬੋਕੀ, ਕੰਬੋਆਂ ਦੀ ਮਾੜੀ, ਇਦਾਂ ਕਰਕੇ ਪਿੰਡ ਹੈ ਮਾੜੀ ਕੰਬੋਕੀ, ਉੱਥੋਂ ਦਾ ਸੀ ਇਹ। ਤੇ ਸਾਧ ਸੰਗਤ ਜੀ ਇਹ ਜਦੋਂ ਬਾਬਾ ਸ਼ਾਮ ਸਿੰਘ ਜੀ ਦੇ ਨਾਲ ਰਲਿਆ ਸੀਗਾ, ਨਾਰਲੇ ਵਾਲੇ, ਉਸੇ ਇਲਾਕੇ 'ਚ ਨਾਰਲਾ ਪਿੰਡ ਹੈ, ਉੱਥੋਂ ਦੇ ਸੀ ਸ਼ਾਮ ਸਿੰਘ ਬੁੱਢੇ ਦਲ ਦੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਦੇ ਸੁਨਹਿਰੀਏ ਗੁਰੂ ਭਾਈ। ਇੱਕ ਟਾਈਮ ਤੇ ਅੰਮ੍ਰਿਤ ਇਕੱਠਾ ਛਕਣ ਵਾਲੇ ਨੂੰ ਸੁਨਹਿਰੀਏ ਕਹਿੰਦੇ ਆ। ਤੇ ਸ਼ਾਮ ਸਿੰਘ ਜੀ ਦੇ ਨਾਲ ਬਹੁਤ ਪ੍ਰੇਮ ਸੀ। ਨਵਾਬ ਕਪੂਰ ਸਿੰਘ ਦੇ ਹੱਥੋਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਇਹਨਾਂ ਨੂੰ ਅੰਮ੍ਰਿਤ ਛਕਾਇਆ। ਤੇ ਸੁੱਖਾ ਸਿੰਘ ਜਦੋਂ ਸਿੰਘਾਂ 'ਚ ਰਲ ਗਿਆ ਤੇ ਲੋਕਾਂ ਨੇ, ਆਂਢੀਆਂ ਗੁਆਂਢੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਮਾਪਿਆਂ ਨੂੰ ਵੀ ਤੁਸੀਂ ਤਾਂ ਬਹੁਤ ਮਾੜਾ ਕੀਤਾ, ਤੁਹਾਡਾ ਬੱਚਾ ਸਿੱਖ ਬਣ ਗਿਆ, ਜੇ ਕਿਤੇ ਮਾਰਿਆ ਗਿਆ ਤੁਹਾਡਾ ਸਾਰਾ ਟੱਬਰ ਹੀ ਸਰਕਾਰ ਨੇ ਕਹਾਣੀ ਕੀ ਕਰ ਦੇਣਾ, ਇਹਨੂੰ ਬਚਾਓ ਕਿਸੇ ਤਰ੍ਹਾਂ। ਉਧਰੋਂ ਪੁਲਿਸ ਵਾਲੇ, ਫੌਜ ਵਾਲੇ ਪਿੰਡਾਂ 'ਚ ਸੂਈਆਂ ਲੈਂਦੇ, ਘਰਾਂ 'ਚ ਕਹਿ ਜਾਂਦੇ ਸਨ ਵੀ ਜੇ ਕੋਈ ਤੁਹਾਡਾ ਬੱਚਾ ਸਿੱਖ ਬਣਿਆ ਤੇ ਉਹਨੂੰ ਸਮਝਾ ਲਓ, ਨਹੀਂ ਤਾਂ ਅਸੀਂ ਉਹਨੂੰ ਫੜ ਕੇ ਲੈ ਜਾਣਾ। ਉਹ ਪਿੰਡ ਵਾਲਿਆਂ ਨੂੰ ਧਮਕੀ ਵੀ ਦੇ ਕੇ ਗਏ ਸਨ 2-4 ਦਿਨ ਪਹਿਲਾਂ, ਤੇ ਸੁੱਖਾ ਸਿੰਘ ਘਰ ਆ ਗਿਆ। ਸੁੱਖਾ ਸਿੰਘ ਦੇ ਸੁੱਤੇ ਪਏ ਦੇ ਕੇਸ ਉਹਨਾਂ ਨੇ, ਘਰ ਵਾਲਿਆਂ ਨੇ ਕੱਟ ਦਿੱਤੇ, ਮਾਪਿਆਂ ਨੇ, ਮਾਂ-ਬਾਪ ਨੇ ਕੇਸ। ਜਦੋਂ ਕੇਸ ਕੱਟੇ ਤੇ ਜਦੋਂ ਉੱਠਿਆ ਸੁੱਖਾ ਸਿੰਘ, ਸਿਰ ਤੇ ਹੱਥ ਮਾਰਿਆ ਤੇ ਸਾਧ ਸੰਗਤ ਜੀ ਕੇਸ ਕੋਈ ਨਹੀਂ, ਉਹਨੂੰ ਸਮਝ ਆਈ, ਉਹਨੇ ਜਾ ਕੇ ਖੂਹ 'ਚ ਛਾਲ ਮਾਰ ਕੇ ਵੀ ਮੈਂ ਮਰ ਜਾਵਾਂ, ਮੇਰੇ ਕੇਸ ਕੱਟ ਦਿੱਤੇ। ਖੂਹ 'ਚ ਛਾਲ ਮਾਰ ਦਿੱਤੀ।
ਪਿੰਡ ਸਾਰਾ ਇਕੱਠਾ ਰੌਲਾ ਪਾਈ ਜਾਣੇ, ਬਾਹਰ ਆ ਜਾ ਬਾਹਰ ਆ ਜਾ। ਉਹ ਕਹਿੰਦੇ ਮੈਂ ਤੇ ਖੂਹ 'ਚ ਮਰਨਾ। ਇਹਨਾਂ ਨੂੰ ਇੱਕ ਸਿਆਣਾ ਸਿੰਘ ਆ ਗਿਆ ਉੱਥੇ, ਉਹ ਕਹਿੰਦਾ ਸੁੱਖਾ ਸਿਆਂ ਤੂੰ ਮਰਨਾ ਹੀ ਹੈ ਨਾ, ਤੇ ਦੁਸ਼ਮਣ ਨਾਲ ਲੜ ਕੇ ਮਰ, ਕਿਸੇ ਨੂੰ ਮਾਰ ਕੇ ਮਰ, ਏਦਾਂ ਥੋੜਾ ਮਰੀਦਾ ਹੁੰਦਾ। ਆ ਮੈਂ ਤੈਨੂੰ ਦੁਬਾਰਾ ਅੰਮ੍ਰਿਤ ਛਕਵਾਵਾਂ। ਉਹਨੇ ਬਾਹਰ ਕੱਢ ਲਿਆ, ਸੁੱਖਾ ਸਿੰਘ ਨੂੰ ਬਚਾ ਲਿਆ ਖੂਹ ਚੋਂ। ਪਿੰਡ ਦੇ ਨੰਬਰਦਾਰ ਦਾ ਨੌਕਰ ਘੋੜੀ ਨੂੰ ਪਾਣੀ ਪਿਆਉਣ ਲਈ ਜਾਂਦਾ ਸੀਗਾ। ਪਿੰਡ ਦੇ ਚੌਧਰੀ ਦੀ ਘੋੜੀ ਸੀ, ਉਹ ਘੋੜੀ ਲਈ ਜਾਂਦਾ ਸੀ ਤੇ ਸੁੱਖਾ ਸਿੰਘ ਦੀ ਪਈ ਨਜ਼ਰ। ਉਹ 16 ਕੁ ਸਾਲਾਂ ਦਾ ਸੀ ਸੁੱਖਾ ਸਿੰਘ, ਉਦੋਂ ਬੜਾ ਫੁਰਤੀਲਾ ਸੀਗਾ। ਜਾ ਕੇ ਮਾਰੀ ਛਾਲ, ਘੋੜੀ ਖੋ ਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਜਾ ਪਹੁੰਚਿਆ, ਦੁਬਾਰਾ ਅੰਮ੍ਰਿਤ ਛਕ ਲਿਆ। ਇਹਨੇ ਉਹ ਕਾਰਨਾਮੇ ਕੀਤੇ ਜਿਹੜੇ ਪੰਥ ਵਿੱਚ ਬੜੇ ਬੜੇ ਸਿਖਰ ਦੇ ਕੰਮ ਸੀ। ਮੱਸੇ ਲੰਗੜ ਦਾ ਸਿਰ ਵੱਢਣਾ ਕਿਹੜਾ ਸੌਖਾ ਕੰਮ ਸੀ, ਉਹਨੂੰ ਵੱਢਣ ਲਈ ਉੱਥੋਂ ਬੀਕਾਨੇਰ ਤੋਂ ਆ ਗਿਆ। ਹੋਰ ਇਹਨੇ ਬੜੇ ਬੜੇ ਕੰਮ ਤਗੜੇ ਕੀਤੇ ਹੈ। ਸੋ ਸੁੱਖਾ ਸਿੰਘ ਬਹੁਤ ਦਲੇਰ ਸੀਗਾ। ਉਹਦੇ ਬਾਰੇ ਹੁਣ ਇਹ ਲਿਖ ਰਹੇ ਨੇ। ਸੁੱਖਾ ਸਿੰਘ ਕਹਿੰਦਾ ਬਈ ਆਪਾਂ ਹੁਣ ਖਾਲਸਾ ਜੀ ਪੰਥ ਨੂੰ ਬਚਾਈਏ ਜਿਵੇਂ ਕਿਵੇਂ। ਲਖੂ ਕੇ ਸਨਮੁਖ ਰਹਿ ਬੰਨੇ ਸਿੰਘਨ ਨਾਲ ਸਿੰਘਾਂ ਨੂੰ ਲੈ ਕੇ ਸੁੱਖਾ ਸਿੰਘ ਲੱਖੂ ਵੱਲ ਨਿਗਾਹ ਕਰ ਰਿਹਾ ਵੀ ਜੇ ਕਿਤੇ ਲੱਖੂ ਟੱਕਰ ਜਾਵੇ ਤੇ ਜਾਂਦੇ ਹੱਥ ਮੈਂ ਉਹਨੂੰ ਝਟਕਾ ਕੇ ਲੰਘ ਜਾਵਾਂ। ਤੋਪਈ ਤਵੇ ਖਾਲਸੇ ਐਸ ਠਹਿਰਾਈ। ਸਾਧ ਸੰਗਤ ਜੀ ਸਿੰਘਾਂ ਨੇ ਸਾਰਿਆਂ ਨੇ ਸਿਆਣਿਆਂ ਨੇ ਇਹ ਫੈਸਲਾ ਕਰ ਲਿਆ, ਆਪ ਆਪਣੀ ਔਰਤ ਗਾਈ। ਬਈ ਹੁਣ ਆਪੋ ਆਪਣਾ ਬਚਾਅ ਕਰੀਏ ਜਿਵੇਂ ਹੁੰਦਾ ਹੈ। ਜੋ ਪਹਾੜੀ ਚੜਿਓ ਨਾ ਜਾਈ, ਜਿਨ੍ਹਾਂ ਕੋਲੋਂ ਪਹਾੜ ਤੇ ਨਹੀਂ ਚੜਿਆ ਜਾਂਦਾ ਤਿਨ ਸਿੰਘਨ ਸੋ ਐਸ ਸੁਨਾਈ। ਉਹਨਾਂ ਨੇ ਏਦਾਂ ਆਖਿਆ ਹਮ ਸੋ ਪਹਾੜੀ ਨਾ ਚੜਾਈ। ਕਿ ਸਾਡੇ ਕੋਲੋਂ ਪਹਾੜ ਦੀ ਚੜਾਈ ਨਹੀਂ ਚੜੀ ਜਾਂਦੀ, ਹਮਕੋ ਬਚਨ ਪਿਛੇ ਕੋ ਕਰਾਹੀ। ਸਾਨੂੰ ਪਿੱਛੇ ਜਾਣ ਦਾ ਹੁਕਮ ਦਿਓ, ਅਸੀਂ ਪੰਜਾਬ ਦੇ ਦੁਆਬੇ ਜਾਂ ਮਾਝੇ ਮਾਲਵੇ ਵਾਲੇ ਪਾਸੇ ਨੂੰ ਨਿਕਲ ਜਾਈਏ। ਪਹਾੜ ਘੋੜੇ ਤੇ ਚੜਿਓ ਨਾ ਜਾਵੇ। ਸਾਡੇ ਘੋੜੇ ਪਹਾੜਾਂ ਨੂੰ ਨਹੀਂ ਚੜ ਸਕਦੇ। ਜਿਹੜੇ ਪਹਾੜੀ ਘੋੜੇ ਹੁੰਦੇ ਉਹ ਹੋਰ ਤਰ੍ਹਾਂ ਦੇ ਹੁੰਦੇ। ਤੁਸੀਂ ਕਦੀ ਹੇਮਕੁੰਟ ਸਾਹਿਬ ਗਏ ਹੋ ਨਾ, ਉਹ ਖੱਚਰਾਂ ਹੀ ਹੁੰਦੀਆਂ, ਘੋੜੇ ਕਾਹਦੇ ਹੁੰਦੇ ਨਿੱਕੇ ਨਿੱਕੇ ਜਿਹੇ। ਤੇ ਜਿਹੜੇ ਆਪਣੇ ਘੋੜੇ ਪੰਜਾਬ ਦੇ ਬੜੇ ਬੜੇ ਬਲੀ ਘੋੜੇ, ਉਹ ਮੈਦਾਨ ਵਿੱਚ ਤਾਂ ਬੜੇ ਕਾਮਯਾਬ ਨੇ, ਪਹਾੜਾਂ ਵਿੱਚ ਉਹ ਕਾਮਯਾਬ ਨੇ। ਸਾਡੇ ਘੋੜੇ ਪੰਜਾਬ ਪਹਾੜਾਂ 'ਚ ਨਹੀਂ ਚੜ ਸਕਣਗੇ। ਇਨ ਘੋੜੇ ਹਮ ਕਿਕਰ ਤਾਵੈ। ਤੇ ਘੋੜਿਆਂ ਨੂੰ ਛੱਡ ਕੇ ਅਸੀਂ ਪਹਾੜ ਚੜੀਏ, ਉਹ ਵੀ ਗੱਲ ਨਹੀਂ ਬਣਦੀ। ਘੋੜਿਆਂ ਨੂੰ ਕਿੱਥੇ ਛੱਡੀਏ? ਘੋੜਿਆਂ ਨੂੰ ਸਾਧ ਸੰਗਤ ਜੀ ਸਿੰਘ ਜਾਨ ਭਾਈ ਕਹਿੰਦੇ ਸਨ। 6ਵੇਂ ਪਾਤਸ਼ਾਹ ਨੇ ਘੋੜੇ ਦਾ ਨਾਮ ਰੱਖਿਆ ਸੀ ਜਾਨ ਭਾਈ। ਜਾਨ ਭਾਈ ਦਾ ਮਤਲਬ ਹੈ ਜਾਨ ਨਾਲੋਂ ਪਿਆਰਾ, ਭਰਾਵਾਂ ਵਰਗਾ। ਆਖੋ ਵਾਹਿਗੁਰੂ। ਇਹ 6ਵੇਂ ਪਾਤਸ਼ਾਹ ਮਹਾਰਾਜ ਘੋੜੇ ਨੂੰ, ਜਿਹੜੇ ਘੋੜੇ ਜੰਗ 'ਚ ਸ਼ਹੀਦ ਹੋਏ ਨੇ ਪੰਥ ਖਾਲਸੇ ਵਿੱਚ, ਉਹਨਾਂ ਦਾ ਬਰਾਬਰ ਹੀ ਸਤਿਕਾਰ ਮੰਨਦਾ ਜਿੰਨਾ ਸਿੰਘਾਂ ਸ਼ਹੀਦਾਂ ਦਾ ਹੈ। ਇਹ ਨਹੀਂ ਵੀ ਘੋੜਿਆਂ ਨੂੰ ਪਸ਼ੂ ਸਮਝ ਕੇ ਛੱਡ ਦਿੰਦੇ। ਅਜੇ ਵੀ ਨਿਹੰਗਾਂ ਸਿੰਘਾਂ ਵਿੱਚ ਘੋੜਾ ਕੋਈ ਮਰ ਜਾਵੇ, ਚੜਾਈ ਕਰ ਜਾਵੇ, ਤੇ ਘੋੜੇ ਨੂੰ ਉਹ ਚੁੱਕ ਕੇ ਮੋਚੀਆਂ ਨੂੰ ਨਹੀਂ ਦਿੰਦੇ ਵੀ ਇਹਦੀ ਖੱਲ ਲਾ ਕੇ ਤੁਸੀਂ ਇਹਦੀਆਂ ਹੱਡੀਆਂ ਵੇਚ ਲੈਣਾ, ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਜਾਂ ਅਖੰਡ ਪਾਠ ਘੋੜੇ ਵਾਸਤੇ ਕਰਾਇਆ ਜਾਂਦਾ। ਤੇ ਘੋੜੇ ਨੂੰ ਜ਼ਮੀਨ 'ਚ ਦੱਬ ਕੇ ਉੱਤੇ ਮਿੱਟੀ ਪਾ ਕੇ ਉਹਦਾ ਪੂਰਾ ਨਿਤਨੇਮ ਕੀਰਤਨ ਸੋਹਿਲਾ ਕਰਕੇ ਫਿਰ ਉਹਦੇ ਵਾਸਤੇ ਪਾਠ ਕਰਾ ਕੇ ਫਿਰ ਉਹਦੀ ਸਮਾਪਤੀ ਕੀਤੀ ਜਾਂਦੀ। ਇਹ ਮਰਜ਼ਾਦਾ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ। ਸਿੰਘ ਕਹਿੰਦੇ ਅਸੀਂ ਘੋੜੇ ਛੱਡ ਕੇ ਵੀ ਨਹੀਂ ਜਾ ਸਕਦੇ, ਘੋੜੇ ਸਾਡੇ ਭਰਾ ਹਨ, ਤੇ ਅਸੀਂ ਉੱਪਰ ਵੀ ਦੁਸ਼ਮਣ ਦੇ ਪਹਾੜ ਤੇ ਚੜ ਵੀ ਨਹੀਂ ਸਕਦੇ ਘੋੜੇ ਲੈ ਕੇ। ਦੋਹਰਾ ਸਭ ਖਾਲਸੇ ਨੇ ਕਹੀ ਖਿੰਡੋ ਸੋ ਚਾਰੋਂ ਔਰ। ਤਾਂ ਫੇਰ ਸਿੰਘਾਂ ਨੇ ਆਖਿਆ, ਖਾਲਸੇ ਨੇ ਗੁਰਮਤਾ ਕੀਤਾ, ਜਿੱਧਰ ਜਿੱਧਰ ਭਾਈ ਕਿਸੇ ਦਾ ਬਣਦਾ ਨਾ ਜਾਣਾ, ਉਧਰ ਉਧਰ ਖਿੰਡ ਕੇ ਲੰਘ ਚੱਲੋ। ਫਿਰ ਮਾਝੇ ਹੋਈ ਇਕੱਠੇ ਆਨ ਮਚਾਵੋ ਸ਼ੋਰ। 2-4 ਮਹੀਨਿਆਂ ਨੂੰ ਆਪਾਂ ਫਿਰ ਮਾਝੇ 'ਚ ਆ ਜਾਵਾਂਗੇ। ਫਿਰ ਮਾਝੇ ਦੇ ਵਿੱਚ ਆਪਾਂ ਸ਼ੋਰ ਮਚਾਵਾਂਗੇ, ਕਿਉਂਕਿ ਲੜਾਈ ਦਾ ਮੈਦਾਨ ਮਾਝਾ ਜ਼ਿਆਦਾ ਰਿਹਾ ਹੈ। ਉੱਥੇ ਲਾਹੌਰ ਸੀਗਾ ਤੇ ਲਾਹੌਰ ਨੂੰ ਆਪਾਂ ਤੰਗ ਕਰਨਾ, ਲਾਹੌਰੀਆਂ ਨੂੰ ਆਪਾਂ ਟਿਕਣ ਨਹੀਂ ਦੇਣਾ। ਸਰਕਾਰ ਨੂੰ ਆਪਾਂ ਆਵਾਂਗੇ 2-4 ਮਹੀਨਿਆਂ ਨੂੰ, ਪਰ ਉਹਨਾਂ ਚਿਰ ਆਪਾਂ ਆਪਣੇ ਸਰੀਰ ਤੇ ਆਪਣੀ ਤਾਕਤ ਇਕੱਠੀ ਕਰ ਲਈਏ। ਚੌਪਈ ਤਬ ਸੁੱਖਾ ਸਿੰਘ ਕਰੀ ਸਲਾਹ। ਤਾਂ ਭਾਈ ਸੁੱਖਾ ਸਿੰਘ ਜੀ ਨੇ ਸਲਾਹ ਕੀਤੀ, ਆਵੋ ਹਮ ਸੰਗ ਪਿਛਲੇ ਦਾਏ। ਸਿੰਘੋ ਫਿਰ ਮੇਰੇ ਪਿੱਛੇ ਆਓ। ਹੁਣ ਜੇ ਤੁਸੀਂ ਕਹਿੰਦੇ ਹੋ ਨਾ ਵੀ ਆਪਾਂ ਨਿਕਲਣਾ ਇੱਥੋਂ,
ਤਾਂ ਫਿਰ ਆਪਾਂ ਹੱਲਾ ਮਾਰ ਕੇ ਦੁਸ਼ਮਣ ਨੂੰ ਚੀਰ ਕੇ ਨਿਕਲਾਂਗੇ। ਇਹ ਥੋੜਾ ਵੀ ਦੁਸ਼ਮਣ ਸਾਨੂੰ ਰਾਹ ਦੇ ਦੇਗਾ, ਰਾਹ ਨਹੀਂ ਦੁਸ਼ਮਣ ਨੇ ਦੇਣਾ। ਦੁਸ਼ਮਣ ਦੀ ਸਫ ਨੂੰ ਚੀਰ ਕੇ ਵਿੱਚੋਂ ਦੀ ਜਿਵੇਂ ਪਾਰ ਲੰਘ ਚੱਲੀਏ। ਜੋ ਹੈ ਕਉ ਸਜਾਦਾ ਸਿੰਘ, ਜਿਹੜੇ ਸਿੰਘ ਸਜਾਦੇ ਹਨ, ਸਜਾਦੇ ਮੈਨੇ ਪਿਆਦੇ, ਜਿਨ੍ਹਾਂ ਕੋਲ ਘੋੜੇ ਨਹੀਂ ਉਹਨਾਂ ਨੂੰ ਸਿੰਘਾਂ ਦੀ ਬੋਲੀ 'ਚ ਸਜਾਦਾ ਕਹਿ ਦਿੰਦੇ। ਜਿਹੜੇ ਪੈਦਲ ਹਨ, ਚੜੋ ਪਹਾੜੀ ਕਰੋ ਨਾ ਢਿੱਲ, ਉਹ ਹੁਣ ਪਹਾੜੀਆਂ ਨੂੰ ਚੜ ਜਾਓ, ਉਹ ਢਿੱਲ ਨਾ ਕਰੋ। ਕਿਉਂਕਿ ਅਸੀਂ ਜਾਣਾ ਹੈ ਮਾਲਵੇ ਨੂੰ, ਤੇ ਮਾਲਵੇ ਨੂੰ ਤੁਸੀਂ ਜਿਹੜੇ ਕਾਹਨੂੰ ਮਾਣ ਦੀ ਤੇ ਉਹ ਤੁਸੀਂ ਇਲਾਕੇ ਦੀ ਜਿਨ੍ਹਾਂ ਨੂੰ ਪਤਾ ਹੈ ਉਹ ਤਾਂ ਸਮਝਦੇ ਨੇ ਉਹ ਲੋਕੇਸ਼ਨ ਕਿੱਦਾਂ ਦੀ ਹੈ। ਆਪਣਾ ਇਹ ਬਟਾਲੇ ਦਾ ਇਲਾਕਾ ਲਾ ਲਓ ਤੇ ਇਹ ਉੱਪਰ ਵਾਲਾ ਸਾਰਾ ਇਲਾਕਾ, ਉੱਥੋਂ ਚੀਰ ਕੇ ਆਉਣਾ ਸੀ ਸ੍ਰੀ ਹਰਗੋਬਿੰਦਪੁਰੇ ਵੱਲ, ਯਾਨੀ ਆ ਜਿਹੜਾ ਪਿਆਸਾ ਦਰਿਆ ਵਾਲਾ ਪਾਸਾ। ਇੱਥੋਂ ਚੀਰ ਕੇ ਦੁਆਬੇ ਵੜ ਕੇ ਤੇ ਫੇਰ ਸਤਲੁਜ ਪਾਰ ਕਰਕੇ ਸਿੰਘਾਂ ਨੇ ਪਹੁੰਚਣਾ ਸੀ ਬਠਿੰਡੇ ਦੇ ਇਲਾਕੇ। ਤੇ ਉਹ ਇੰਨੀ ਫੁਰਤੀ ਨਾਲ ਜਾਣਾ ਸੀ ਵੀ ਰਾਤੋਂ ਰਾਤ ਨਿਕਲ ਜਾਣਾ ਸੀਗਾ। ਤੇ ਪੈਦਲ ਬੰਦੇ ਦਾ ਨਾਲ ਦੌੜ ਨਹੀਂ ਨਾ ਸਕਣਗੇ, ਬੜੀ ਮੁਸੀਬਤ ਹੈ। ਇਸ ਕਰਕੇ ਸੁੱਖਾ ਸਿੰਘ ਕਹਿਣ ਲੱਗਾ ਜਿਹੜੇ ਪੈਦਲ ਉਹ ਚੜ ਜਾਓ ਪਹਾੜ ਨੂੰ, ਜਿਹੜੇ ਘੋੜਿਆਂ ਵਾਲੇ ਉਹ ਮੇਰੇ ਨਾਲ ਆ ਜਾਓ। ਜੋ ਅਸਵਾਰ ਸੋ ਹਮ ਸੰਗ ਆਵੋ, ਜਿਹੜੇ ਸਵਾਰ ਨੇ ਉਹ ਮੇਰੇ ਨਾਲ ਆ ਜਾਓ, ਆਪਾਂ ਦੁਸ਼ਮਣ ਨੂੰ ਚੀਰ ਕੇ ਲੰਘ ਚੱਲੀਏ। ਤਉ ਪਹਾੜਨ ਪੈਰ ਨਾ ਪਾਵੋ, ਘੋੜਿਆਂ ਵਾਲੇ ਪਹਾੜਾਂ ਵੱਲ ਨਾ ਜਾਓ। ਜਬ ਲਗ ਚੜੋ ਪਹਾੜ पे ਆਂਦੇ, ਔਰ ਜਿੰਨਾ ਚਿਰ ਪੈਦਲ ਪਹਾੜ ਤੇ ਚੜ ਰਹੇ ਨੇ ਉਹਨਾਂ ਚਿਰ ਆਪਾਂ ਇੱਥੇ ਖੜ ਕੇ ਦੁਸ਼ਮਣ ਨੂੰ ਰੋਕ ਕੇ ਰੱਖੀਏ। ਆਪਣੇ ਭਰਾ ਸਾਡੇ ਪੈਦਲ ਉਹ ਅਗਾਂਹ ਲੰਘ ਜਾਣ, ਫੇਰ ਆਪਾਂ ਇੱਥੋਂ ਸੂਟ ਵਟੀਏ ਸਿੱਧੀ ਮਾਲਵੇ ਨੂੰ। ਹਾਂਜੀ, ਤੋ ਲਗ ਹਮਨੇ ਛਡੂ ਨ ਜਾਂਦੇ, ਉਹਨਾਂ ਚਿਰ ਆਪਾਂ ਇਹ ਦੁਸ਼ਮਣ ਨੂੰ ਨਹੀਂ ਥਾਂ ਦੇਣੀ ਕਿ ਦੁਸ਼ਮਣ ਕਿਤੇ ਪਹਾੜ ਵਾਲੇ ਸਿੰਘਾਂ ਦੇ ਪਿੱਛੇ ਨਾ ਜਾ ਪਵੇ। ਉਹ ਰਸਤਾ ਰੋਕਣ ਲਈ ਪੈਦਲ ਸਿੰਘਾਂ ਨੂੰ ਪਹਾੜ ਚੜਾ ਦਿਓ ਤੇ ਘੋੜ ਸਵਾਰ ਮਾਲਵੇ ਨੂੰ ਨਿਕਲ ਚੱਲੋ। ਦੋਹਰਾ ਜਬ ਸੁੱਖਾ ਸਿੰਘ ਖਾਲਸੇ ਇਉਂ ਦੀਨੋਂ ਫਰਮਾਏ, ਜਦੋਂ ਭਾਈ ਸੁੱਖਾ ਸਿੰਘ ਜੀ ਖਾਲਸੇ ਨੂੰ ਇਸ ਤਰ੍ਹਾਂ ਦਾ ਫਰਮਾਨ ਕੀਤਾ, ਬੇਟਾ ਮਿਲਿਓ ਨਾ ਬਾਪ ਕੋ, ਭਾਈ ਮਿਲਿਓ ਨਾ ਭਾਏ। ਉਸ ਵੇਲੇ ਸਾਧ ਸੰਗਤ ਦੀ ਭਾਜੜ ਪੈ ਗਈ। ਬੇਟਾ ਮਿਲਿਓ ਨਾ ਬਾਪ ਕੋ, ਜਾਂਦੇ ਪੁੱਤਰ ਨੇ ਬਾਪ ਨੂੰ ਨਹੀਂ ਪੁੱਛਿਆ ਬਾਪੂ ਤੂੰ ਚੱਲਣਾ ਕਿ ਨਹੀਂ ਚੱਲਣਾ, ਤੇ ਭਰਾਈ ਨੂੰ ਭਾਈ ਨਹੀਂ ਮਿਲਿਆ। ਉਸ ਵੇਲੇ ਵਿਛੋੜੇ ਪੈ ਗਏ। ਹੋ ਸਕਦਾ ਪਿਓ ਘੋੜੇ ਤੇ ਹੋਵੇ ਤੇ ਪੁੱਤਰ ਪੈਦਲ ਹੋਵੇ, ਪੁੱਤਰ ਘੋੜੇ ਤੇ ਹੋਵੇ ਤੇ ਉਹ ਪੈਦਲ, ਇੱਕ ਨੇ ਇਸ ਪਾਸੇ ਜਾਣਾ ਇੱਕ ਨੇ ਉਸ ਪਾਸੇ ਜਾਣਾ। ਐਸਾ ਵਿਛੋੜਾ ਸਿੰਘਾਂ ਦੇ ਪਰਿਵਾਰਾਂ ਵਿੱਚ ਪਿਆ। ਬੇਟਾ ਮਿਲਿਓ ਨਾ ਬਾਪ ਕੋ, ਭਾਈ ਮਿਲਿਓ ਨਾ ਭਾਈ, ਭਰਾ ਨੂੰ ਭਰਾ ਨਹੀਂ ਮਿਲਿਆ ਤੇ ਪਿਓ ਪੁੱਤਰ ਨੇ ਆਪਸ 'ਚ ਨਹੀਂ ਮਿਲ ਸਕੇ। ਇਹੋ ਜਿਹਾ ਸਮਾਂ ਮੁਸੀਬਤ ਦਾ ਸਿੰਘਾਂ ਤੇ ਆ ਗਿਆ। ਜਬ ਸੁੱਖਾ ਸਿੰਘ ਨੇ ਲਖੇ ਚੜੇ ਸਜਾਦੇ ਪਹਾੜ, ਜਦੋਂ ਸੁੱਖਾ ਸਿੰਘ ਨੇ ਵੇਖਿਆ ਸਜਾਦੇ ਪਹਾੜ ਤੇ ਚੜ ਗਏ। ਸਜਾਦੇ ਮੈਨੇ ਘੋੜ, ਜਿਨ੍ਹਾਂ ਦੇ ਘੋੜੇ ਨਹੀਂ ਸਨ, ਪੈਦਲ ਸਨ, ਉਹ ਪਹਾੜ ਨੂੰ ਚੜ ਗਏ ਨੇ। ਕਿਛ ਦਰਿਆ ਸੋ ਬੰਦ ਤੁਲੇ ਵੜੇ ਸੋ ਹੋਣੋ ਪਾਰ, ਕੁਝ ਸਿੰਘਾਂ ਨੇ ਕਾਨੇ ਵੱਢ ਕੇ ਨਾ ਤੇ ਕਾਨਿਆਂ ਨੂੰ ਏਦਾਂ ਜੋੜ ਕੇ ਤੁੱਲੇ ਬਣਾ ਲਏ ਕਾਨਿਆਂ ਦੇ। ਉਹ ਰਾਵੀ ਪਰਲੇ ਪਾਸੇ ਰਾਵੀ ਸੀ, ਰਾਵੀ ਦੇ ਵਿੱਚ ਤੁਲੇ ਬਣਾ ਕੇ ਤੇ ਉਹ ਰਾਵੀਆਂ ਪਾਰ ਹੋ ਗਏ। ਚੌਪਈ ਤਬ ਸੁੱਖਾ ਸਿੰਘ ਕਰੀ ਸਲਾਹ, ਹੁਣ ਸੁੱਖਾ ਸਿੰਘ ਨੇ ਵੇਖਿਆ ਵੀ ਸਾਡੇ ਕੋਲ ਸਿਰਫ ਘੋੜ ਸੜਿਆਂ ਦੀ ਫੌਜ ਰਹਿ ਗਈ, ਘੋੜ ਸਵਾਰ ਰਹਿ ਗਏ ਨੇ। ਘੋੜ ਚੜਿਆਂ ਦੇ ਨਾਲ ਸੁੱਖਾ ਸਿੰਘ ਨੇ ਸਲਾਹ ਕੀਤੀ, ਅਬ ਲੱਖੂ ਪਰ ਪਰਿਆ ਜਾਏ। ਘੋੜ ਸਵਾਰਾਂ ਨੂੰ ਕਹਿਣ ਲੱਗਾ, ਸਿੰਘੋ ਦੇਖੋ ਕਿੱਡਾ ਹੌਸਲਾ ਉਸ ਬੰਦੇ ਦਾ, ਵੀ ਗੋਲਾ ਲੱਗਾ ਤੋਪ ਦਾ ਤੇ ਪੱਟ ਟੁੱਟਾ ਹੋਇਆ, ਚੂਰ ਹੋ ਗਈ ਹੱਡੀ, ਤੇ ਉਹਨੂੰ ਬੰਨਿਆ ਹੋਇਆ ਘੋੜੇ ਦੇ ਕਾਠੀ ਦੇ ਹੰਨੇ ਨਾਲ, ਤੇ ਕਹਿੰਦਾ ਜਾਂਦੇ ਜਾਂਦੇ ਲੱਖੂ ਨੂੰ ਤਾਂ ਮਾਰ ਚੱਲੀਏ। ਕਹਿੰਦਾ ਆਪ ਚੱਲ ਲੱਖੂ ਪਰ ਚੱਲੀਏ ਤਾਏ, ਲੱਖੂ ਤੇ ਹੱਲਾ ਕਰੀਏ। ਜੋ ਦੇਵੈ ਕੋ ਹਮੇ ਬਤਾਏ, ਸੁੱਖਾ ਸਿੰਘ ਨੇ ਆਖਿਆ ਜੇ ਕੋਈ ਮੈਨੂੰ ਦੱਸ ਦੇਵੇ ਨਾ ਵੀ ਲੱਖੂ ਫਲਾਣੀ ਥਾਂ ਤੇ ਹੈ, ਉਸ ਮਾਰੋ ਕਹਿ ਰਹੋ ਮਰਾਏ। ਮੈਂ ਸੁੱਖਾ ਸਿੰਘ ਕਹਿੰਦਾ ਉੱਥੇ ਪਹੁੰਚ ਜਾਵਾਂਗਾ ਤੇ ਉਹਨੂੰ ਮਾਰ ਕੇ ਲੱਖੂ ਦਾ ਸਿਰ ਵੱਢ ਕੇ ਲਿਆਵਾਂਗਾ ਤੇ ਜਾਂ ਮਰ ਜਾਵਾਂਗਾ, ਸ਼ਹੀਦ ਹੋ ਜਾਵਾਂ। ਤਬੇ ਦਨਾਵਾ ਐਸੇ ਕਹੀ, ਜਦੋਂ ਸੁੱਖਾ ਸਿੰਘ ਨੇ ਇੰਨੇ ਹੌਸਲੇ ਨਾਲ ਇਹ ਗੱਲ ਕਹੀ ਨਾ ਵੀ ਮੈਂ ਲੱਖੂ ਦਾ ਸਿਰ ਵੱਢਣਾ, ਤਾਂ ਉਸ ਵੇਲੇ ਜਿਹੜੇ ਸਿਆਣੇ ਸਿੰਘ ਸਨ, ਨਵਾਬ ਕਪੂਰ ਸਿੰਘ ਜੀ ਵਰਗੇ ਦਾਨੇ, ਉਹਨਾਂ ਨੇ ਆਖਿਆ ਅਬ ਹਮ ਲੜਨੇ ਹਿੰਮਤ ਨਹੀਂ। ਕਹਿਣ ਲੱਗੇ ਸੁੱਖਾ ਸਿਆ
ਹੁਣ ਸਾਡੇ 'ਚ ਲੜਨ ਦੀ ਹਿੰਮਤ ਨਹੀਂ ਹੈ। ਜੇ ਤੂੰ ਆਖੇ ਨਾ ਵੀ ਆਪਾਂ ਹੁਣ ਲੱਖੂ ਨਾਲ ਜਾ ਕੇ ਟੱਕਰ ਲਈਏ ਤੇ ਆਪਣੇ 'ਚ ਇੰਨੀ ਕਿਸੇ 'ਚ ਤਾਕਤ ਨਹੀਂ ਹੈ ਵੀ ਆਪਾਂ ਲੜ ਸਕੀਏ। ਅਬ ਹਮ ਚਲੋ ਇਹਾਂ ਤੇ ਦੌੜ। ਬਸ ਹੁਣ ਇੰਨਾ ਹੀ ਬੜਾ ਹੈ ਕਿ ਆਪਣੀਆਂ ਜਾਨਾਂ ਬਚ ਜਾਣ, ਆਪਾਂ ਦੁਸ਼ਮਣ ਦੇ ਵਿੱਚੋਂ ਦੀ ਦੌੜ ਕੇ ਮਾਲਵੇ ਪਹੁੰਚ ਜਾਈਏ। ਮੁਲਕ ਮਾਲਵੇ ਕਰਾਇਓ ਗੌਰ। ਮਾਲਵਾ ਦੇਸ਼ ਜਿੱਥੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਆਨੰਦਪੁਰ ਦਾ ਕਿਲਾ ਛੱਡ ਕੇ ਆਸਣ ਲਾਏ ਨੇ, ਉਹ ਖਾਲਸੇ ਦੀ ਇੱਕ ਤਰ੍ਹਾਂ ਦੀ ਆਰਾਮਗਾਹ ਬਣੀ ਹੈ ਤੋੜ ਬੀਕਾਨੇਰ ਤੱਕ। ਤੋ ਖਾਲਸਾ ਉਧਰ ਚਲਾ ਜਾਵੇ। ਤੋਹਰਾ ਫੋਸ ਆਗੇ ਬਹੁਤ ਹੈ ਕਿਮ ਕਰ ਲੰਘਿਓ ਜਾਏ। ਮੇਰੇ ਗੱਲ ਸਾਹਮਣੇ ਆਈ ਵੀ ਲੰਘਣਾ ਤੇ ਹੈ ਪਰ ਲੰਘੀਏ ਕਿਵੇਂ? ਅੱਗੇ ਦੁਸ਼ਮਣ ਦੀ ਫੌਜ ਪਰੇ ਬੰਨ ਕੇ ਖੜੀ ਹੈ, ਰਾਹ ਹੀ ਕੋਈ ਨਹੀਂ, ਦੁਸ਼ਮਣ ਦੇ ਵਿੱਚੋਂ ਦੀ ਲੰਘਣਾ ਕੋਈ ਸੌਖਾ ਕੰਮ ਨਹੀਂ ਹੈ। ਪਤਾ ਨਹੀਂ ਕਿੰਨੇ ਕੁ ਲੇਖੇ ਲੱਗਣਗੇ, ਕਿੰਨੇ ਕਿਸੇ ਕੇ ਸ਼ਹੀਦ ਹੋਣਗੇ। ਤੋਪ ਜਮੂਰੇ ਪਹੁੰਚਨੇ ਨਹੀਂ ਵੇਲ ਕਿਤ ਜਾਏ। ਇਹਦਾ ਨਾਲ ਤੋਪਾਂ ਬੀੜੀਆਂ ਹੋਈਆਂ ਨੇ, ਜੰਬੂਰੇ ਬੀੜੇ ਹੋਏ ਨੇ, ਐਨੀ ਵੀ 1 ਇੰਚ ਵੀ ਥਾਂ ਨਹੀਂ ਜਿੱਥੋਂ ਸਿੰਘ ਦਾ ਘੋੜਾ ਲੰਘ ਜਾਵੇ। ਚੌਪਈ ਕਉ ਕਹਿ ਕਉ ਰਾਹ ਤਕਾਓ। ਆਪਸ ਵਿੱਚ ਗੱਲਾਂ ਕਰਦੇ ਸਿੰਘ, ਕੋਈ ਰਾਹ ਤੱਕੋ, ਕੋਈ ਰਾਹ ਕੱਢੋ, ਕਿੱਧਰ ਚੱਲੀਏ, ਕਿਵੇਂ ਚੱਲੀਏ। ਥੋੜੀ ਫੌਜ ਵੱਲੋਂ ਨੱਠ ਜਾਓ। ਜਿਹੜੇ ਪਾਸੇ ਦੁਸ਼ਮਣ ਦੀ ਫੌਜ ਥੋੜੀ ਹੋਵੇ, ਯਾਨੀ ਜਿਸ ਪਾਸੇ ਦੁਸ਼ਮਣ ਦੀ ਤਾਕਤ ਘੱਟ, ਉਧਰ ਹੱਲਾ ਮਾਰ ਕੇ ਤੇ ਉਧਰੋਂ ਰਾਹ ਬਣਾ ਲਈਏ। ਕੋਈ ਕਹੇ ਦਰਿਆ ਮੈਂ ਵੜੋ। ਤੇ ਕਈ ਸਲਾਹ ਦਿੰਦੇ ਵੀ ਦਰਿਆ ਰਾਵੀ 'ਚ ਹੀ ਵੜ ਚੱਲੀਏ, ਪਰਾਂ ਪੱਛਮੀ ਪੰਜਾਬ ਨੂੰ ਲੰਘ ਚੱਲੀਏ। ਕਉ ਕਹੇ ਫਿਰ ਪਹਾੜੀ ਚੜੋ। ਫੇਰ ਕਹਿੰਦੇ ਕੋਈ ਪਹਾੜ ਨੂੰ ਚੜ ਚੱਲੀਏ। ਸਿੰਘਾਂ ਦੀ ਵੀ ਰਾਵਾਂ ਸਾਧ ਸੰਗਤ ਜੀ ਮੁੱਢ ਤੋਂ ਹੀ ਇਦਾਂ ਹੁੰਦੀਆਂ ਰਹੀਆਂ, ਇਹ ਅੱਜ ਤੋਂ ਨਹੀਂ। ਖਾਲਸਾ ਜਦੋਂ ਗੱਲਾਂ ਬਾਤਾਂ ਕਰਦਾ ਫਿਰ ਰਾਵਾਂ ਤੇ ਸਾਰੇ ਦਿੰਦੇ ਹੀ ਆ। ਉਦੋਂ ਵੀ ਤੋ ਕਈ ਕਹਿੰਦੇ ਪਹਾੜ ਨੂੰ ਚੜ ਚੱਲੀਏ ਤੇ ਕੋਈ ਕਹਿੰਦੇ ਰਾਵੀ ਤੋਂ ਪਰਾਂ ਲੰਘ ਚੱਲੀਏ। ਤੋਰਾ ਤਬ ਸੁਖਾ ਸਿੰਘ ਨੇ ਕਹਿਓ ਲੋਕ ਚਿਪ ਕਿਸੇ ਬਚਾ ਹੈ। ਸੁਖਾ ਸਿੰਘ ਫੇਰ ਬੋਲਿਆ, ਕਹਿੰਦਾ ਸਿੰਘੋ ਲੁਕ ਛੁਪ ਕੇ ਆਪਾਂ ਬਚ ਜਾਵਾਂਗੇ, ਆਪਣਾ ਪੰਥ ਲੁਕਣ ਛਿਪਣ ਵਾਲਾ ਨਹੀਂ ਹੈ। ਬਿਨਾ ਲੜਾਈ ਕੇ ਕੀਏ ਹਮਰੋ ਨਾਏ ਨਿਭਾਏ। ਸਾਡਾ ਲੜਾਈ ਤੋਂ ਬਿਨਾ ਨਿਭਾਈ ਕੋਈ, ਆਪਾਂ ਲੜਨਾ ਹੀ ਲੜਨਾ ਤੇ ਸ਼ਹੀਦ ਹੋਣਾ, ਮਾਰਨਾ ਮਰਨਾ। ਆਪਾਂ ਰਾਹ ਬਣਾਉਣਾ ਤਾਂ ਮਾਲਵੇ ਵਾਲੇ ਬਣਾਈਏ, ਕਿਉਂਕਿ ਸੁੱਖਾ ਸਿੰਘ ਨੂੰ ਦਿਸਦਾ ਸੀ ਵੀ ਜੇ ਆਪਾਂ ਰਾਵੀ ਵਾਲੇ ਪਾਸੇ ਗਏ ਤਾਂ ਅੱਧੇ ਨਾਲੋਂ ਜ਼ਿਆਦਾ ਰੁੜ ਜਾਵਾਂਗੇ। ਪਾਣੀ ਬਹੁਤ ਹੈ ਰਾਵੀ ਵਿੱਚ, ਅੱਗੇ ਸਿੰਘ ਰੁੜ ਗਏ ਕਾਫੀ ਤੇ ਹੋਰ ਵੀ ਸਿੰਘ ਰੁੜ ਜਾਣਗੇ, ਘੋੜਸਵਾਰਾਂ ਨੂੰ ਬੜੀ ਮੁਸ਼ਕਲ ਹੋਵੇਗੀ। ਜੇ ਪਹਾੜ ਨੂੰ ਚੜਾਂਗੇ ਤੇ ਘੋੜੇ ਨਾਲ ਨਹੀਂ ਜਾ ਸਕਣਗੇ। ਪੈਦਲ ਸਿੰਘ ਪਹਾੜ ਨੂੰ ਚੜ ਗਏ। ਹੁਣ ਸੁੱਖਾ ਸਿੰਘ ਕਹਿੰਦਾ ਵੀ ਆਪਣਾ ਇੱਕੋ ਰਸਤਾ, ਆਪਾਂ ਮਾਲਵੇ ਨੂੰ ਮੂੰਹ ਕਰੀਏ, ਦੁਸ਼ਮਣ ਨੂੰ ਚੀਰ ਕੇ ਲੰਘ ਚੱਲੀਏ। ਚੌਪਈ ਸੁਖਾ ਸਿੰਘ ਤਬ ਕਹਿਓ ਪੁਕਾਰੀ। ਸੁੱਖਾ ਸਿੰਘ ਨੇ ਸਾਰੇ ਖਾਲਸੇ ਵਿੱਚ ਗਰਜ ਕੇ ਆਵਾਜ਼ ਦੇ ਕੇ ਕਿਹਾ, ਆਵੋ ਹਮ ਸੰਗ ਫੌਜੋ ਸਾਰੀ। ਮੇਰੇ ਪਿੱਛੇ ਆ ਜਾਓ ਸਾਰੇ ਸਿੰਘੋ, ਹੁਣ ਬਹੁਤੀਆਂ ਸਲਾਹਾਂ ਨਾ ਕਰੋ। ਮਾਰੋ ਮੋਰਚਾ ਜੋ ਹੈ ਪਾਰੀ। ਆ ਜਿਹੜਾ ਸਾਹਮਣੇ ਮੋਰਚਾ ਹੈ ਨਾ, ਇਹ ਆਪਣੀ ਨਿਗਾਹ ਥੱਲੇ ਆ ਗਿਆ ਦੁਸ਼ਮਣ ਦਾ, ਇੱਥੇ ਆਪਾਂ ਜ਼ੋਰ ਪਾ ਦਈਏ, ਇੱਥੋਂ ਰਸਤਾ ਬਣਾ ਲਈਏ। ਅਬ ਨਾ ਕਰੋ ਸੋ ਜਾਨ ਪਿਆਰੀ। ਹੁਣ ਜਾਨਾਂ ਪਿਆਰੀਆਂ ਨਾ ਕਰੋ ਸਿੰਘੋ, ਜਾਨ ਉਦਾਂ ਵੀ ਜਾਣੀ ਹੈ, ਜੇ ਰਾਵੀ 'ਚ ਜਾਵਾਂਗੇ ਤਾਂ ਡੁੱਬ ਕੇ ਮਰਾਂਗੇ, ਇੱਥੇ ਲੜ ਕੇ ਮਰ ਜਾਈਏ। ਯੂ ਨ ਕਹਿ ਸਿੰਘਣ ਧੀਰ ਤਰਾਈ। ਏਦਾਂ ਕਹਿ ਕੇ ਸਿੰਘਾਂ ਦਾ ਹੌਸਲਾ ਪੱਕਾ ਮਜ਼ਬੂਤ ਕਰਤਾ ਸੁੱਖਾ ਸਿੰਘ ਨੇ। ਪਰਿਓ ਮੋਰਚਾ ਉੱਪਰ ਜਾਈ। ਤਾਂ ਫੇਰ ਕਿਸੇ ਸਾਰੇ ਸਿੰਘ ਸੁੱਖਾ ਸਿੰਘ ਦੇ ਮਗਰ ਅਕਾਲ ਦੇ ਜਕਾਰੇ ਜਾ ਕੇ ਦੁਸ਼ਮਣ ਦੇ ਕਮਜ਼ੋਰ ਮੋਰਚੇ ਤੇ ਜਾ ਪਏ। ਆਗੇ ਤੇ 100 200 ਪੈ, ਆਗੇ ਤੇ 100 200 ਪੈ। ਉਹ ਜਿਹੜੇ ਸਨ ਅੱਗੇ ਖੜੇ ਹੋਏ, ਜਦੋਂ ਵੇਖਿਆ ਖਾਲਸਾ ਕਾਰ ਕਰਦਾ ਹਜ਼ਾਰਾਂ ਦੀ ਤਾਦਾਦ ਵਿੱਚ ਆ ਗਿਆ, ਕਿਉਂਕਿ ਸਿੰਘਾਂ ਦੀ ਗਿਣਤੀ 15-20 ਹਜ਼ਾਰ ਤੱਕ ਘੱਟੋ ਘੱਟ ਘੋੜਸਵਾਰਾਂ ਦੀ ਵੀ ਸੀ ਉਸ ਵੇਲੇ। ਜਦੋਂ ਉਹ ਗੱਲ ਖਾਲਸੇ ਦਾ ਆਇਆ ਤੇ ਉਹ ਜਿਹੜੇ ਅੱਗੇ ਸੀ ਨਾ, ਉਹਨਾਂ ਨੇ ਆਖਿਆ ਲੈ ਵੀ ਹੁਣ ਅਸੀਂ ਗਏ, ਇਹ ਛੱਡਣਗੇ ਤੇ ਖੂਨੀ ਸ਼ੇਰ ਹਨ, ਜੰਗਲ ਚੋਂ ਨਿਕਲੇ ਤੇ ਸਿੰਘਾਂ ਦਾ ਉਹ ਰਾਹ ਛੱਡ ਕੇ ਆਪੇ ਹੀ ਪਰਾਂ ਹਟ ਗਏ। ਗਇਓ ਰਾਹ ਛੱਡ ਨੱਠ ਨੱਠ ਗਏ। ਕਹਿੰਦੇ ਲੱਖੂ ਦੀ ਫੌਜ ਆਪੇ ਹੀ ਰਾਹ ਦੇ ਗਈ। ਜਦੋਂ ਪਰਮੇਸ਼ਰ ਨੇ ਸਹਾਇਤਾ ਕਰਨੀ ਹੁੰਦੀ ਨਾ, ਫਿਰ ਦਬਕਾ ਹੀ ਚੱਲ ਜਾਂਦਾ। ਸਿੰਘਾਂ ਨੇ ਜਦੋਂ ਹੱਲਾ ਬੋਲਿਆ, ਉਹ ਜਿਹੜਾ ਪਾਸਾ ਸੀ ਨਾ ਤੁਰਕਾਂ ਦਾ ਕਮਜ਼ੋਰ ਪਾਸਾ, ਸਿੰਘਾਂ ਨੇ ਤੱਕਿਆ ਸੀਗਾ, ਉਹਨਾਂ ਦੀ ਹਿੰਮਤ ਹੀ ਨਾ ਪਈ ਕਿ ਖਲੋ ਜਾਂਦੇ, ਉਹ ਰਾਹ ਛੱਡ ਕੇ ਆਪੇ ਹੀ ਪਰਾਂ ਹੋ ਗਏ।
ਜੋ ਅੜਿਆ ਸੋ ਲੀਨੋ ਮਾਰ ਜਿਹੜਾ ਕੋਈ ਅੜਿਆ ਸਿੰਘਾਂ ਨੇ ਤੇਗ ਨਾਲ ਝਟਕ ਦਿੱਤਾ, ਉਨਕੇ ਲੀਨੇ ਲੂਟ ਹਥਿਆਰ ਉਹਨਾਂ ਦੇ ਹਥਿਆਰ ਤੇ ਘੋੜੇ ਸਿੰਘਾਂ ਨੇ ਖੋਹ ਲਏ। ਅੱਗੇ ਬੇਲਾ ਲਿਓ ਤਕਾਏ ਅੱਗੇ ਸਾਧ ਸੰਗਤ ਜੀ ਬੇਲਾ ਆ ਗਿਆ, ਬੜਾ ਵੱਡਾ ਛੰਭ ਆ ਗਿਆ। ਜਾਏ ਵੜੇ ਸਭ ਤਿਸਕੇ ਮਾਏ ਸਾਰੇ ਸਿੰਘ ਉਸ ਬੇਲੇ 'ਚ ਜਾ ਵੜੇ। ਜਿਸੀ ਰਾਉ ਸੁਖਾ ਸਿੰਘ ਗਇਓ ਜਿਹੜੇ ਰਾਹ ਸੁੱਖਾ ਸਿੰਘ ਜਾਂਦਾ ਸੀ ਘੋੜੇ ਤੇ, ਤੇ ਪਾਛੇ ਬੋਤਲ ਪਇਓ ਸਾਰਾ ਸਿੰਘਾਂ ਦਾ ਦਲ ਉਹਦੇ ਪਿੱਛੇ ਪਿੱਛੇ ਜਾਂਦਾ ਸੀ। ਕਿਰਤ ਵੱਲੋਂ ਤੁਰਕ ਜੋ ਆਏ ਫਿਰ ਦੋਵਾਂ ਪਾਸਿਆਂ ਤੋਂ ਤੁਰਕਾਂ ਨੇ ਫੇਰ ਹੱਲਾ ਬੋਲ ਦਿੱਤਾ। ਨਵੇਂ ਬੇਲੇ ਜਿੱਥੇ ਵੜੇ ਨਾ ਸਿੰਘ, ਉੱਥੇ ਫੇਰ ਹੱਲਾ ਹੋ ਗਿਆ। ਸਿੰਘਨ ਪਿਛਾ ਲਿਓ ਦਬਾਏ ਸਿੰਘਾਂ ਦਾ ਪਿੱਛਾ ਦਬਾ ਲਿਆ, ਭਾਵ ਸਿੰਘਾਂ ਦੇ ਪਿੱਛੇ ਲੱਗ ਗਏ। ਹੁਣ ਤੂੰ ਵੱਲ ਤੇ ਤੋਪ ਸ਼ਸਤਰ ਚੱਲੈ ਦੋਵਾਂ ਪਾਸਿਓਂ ਤੋਪਾਂ ਦੇ ਸ਼ਸਤਰ ਚੱਲਣ ਲੱਗੇ। ਉਪਰ ਸਿੰਘਨ ਕਰ ਪੈਸੋ ਹੱਲੇ ਸਿੰਘਾਂ ਦੇ ਹੱਲੇ ਤੇ ਹੱਲਾ ਕਰ ਰਿਹਾ ਸੀ ਲੱਖੂ ਪਿੱਛੋਂ ਦੀ। ਤੂੰ ਵੱਲ ਤੇ ਤੋਪ ਚਲਾਵੈ ਦੋਵਾਂ ਪਾਸਿਆਂ ਤੋਂ ਸਿੰਘਾਂ ਦੇ ਤੋਪਾਂ ਚੱਲਦੀਆਂ। ਮਨ ਸਿੰਘਨ ਘੇਰ ਤੁਰਕ ਸੋ ਘਾਵੈ ਘੇਰ ਘੇਰ ਕੇ ਮਾਰ ਰਹੇ ਸੀ ਤੁਰਕ ਲੱਖੂ ਦੀ ਫੌਜ ਵਾਲੇ। ਜੋ ਸਿੰਘ ਆਏ ਕਰਕੇ ਇਕੱਠ ਜਿਹੜੇ ਸਿੰਘ ਇਕੱਠੇ ਹੋ ਕੇ ਗੱਠਾ ਬਣਾ ਕੇ ਜਥਾ ਬਣਾ ਕੇ ਆਏ ਸੀਗੇ, ਤੇ ਲੰਗੇ ਉਨ ਲਾ ਕੇ ਸੱਟ ਉਹ ਤਾਂ ਦੁਸ਼ਮਣ ਨੂੰ ਚੀਰ ਕੇ ਲੰਘ ਗਏ। ਜੋ ਪਿੱਛੇ ਤੇ ਲੀਨੇ ਤੋੜ ਜਿਹੜੇ ਵਿਚਾਰੇ ਪਿੱਛੇ ਰਹਿ ਗਏ, ਕਈ ਵਾਰ ਜਦੋਂ ਫੌਜ ਜਾਂਦੀ ਹੈ ਕੋਈ ਅੱਗੇ ਹੁੰਦੇ ਕੋਈ ਪਿੱਛੇ ਹੁੰਦੇ ਆ, ਜਿਹੜੇ ਪਿੱਛੇ ਰਹਿ ਗਏ ਸਿੰਘ ਉਹ ਫੇਰ ਲੱਖੂ ਦੀ ਫੌਜ ਨੇ ਤੋੜ ਲਏ। ਭਾਵ ਉਹਨਾਂ ਦਾ ਜਿਹੜਾ ਸਿੰਘਾਂ ਨਾਲ ਕਨੈਕਸ਼ਨ ਸੀਗਾ ਉਹ ਟੁੱਟ ਗਿਆ। ਉਹ ਪਿੱਛੇ ਰਹਿ ਗਏ, ਕੁਝ ਅੱਗੇ ਚਲੇ ਗਏ। ਤੇ ਮਾਰੇ ਸਾਰੇ ਉਨ ਜੋੜ ਉਹ ਜਿਹੜੇ ਪਿੱਛੇ ਰਹਿ ਗਏ, ਸੁੱਖਾ ਸਿੰਘ ਦੇ ਪਿੱਛੇ ਜਾ ਰਹੀ ਫੌਜ ਨੂੰ ਜਿਹੜੇ ਘੋੜਸਵਾਰ ਪਿੱਛੇ ਅੜ ਗਏ, ਉਹ ਵਿਚਾਰੇ ਸਾਰੇ ਹੀ ਸ਼ਹੀਦ ਹੋ ਗਏ ਲੜਾਈ ਦੇ ਵਿੱਚ। ਸੁੱਖਾ ਸਿੰਘ ਮੁੜ ਖੜੇ ਰਲਾਵੈ ਸਿੰਘ ਖਲੋ ਗਿਆ ਸੁੱਖਾ ਸਿੰਘ, ਬਹੁਤ ਬੋਸੋ ਨਹਿ ਬਸਾਵੈ ਪਰ ਫੌਜ ਜ਼ਿਆਦਾ ਸੀ ਤੁਰਕਾਂ ਦੀ, ਉਹ ਪਿਛਲੀ ਫੌਜ ਸਿੰਘਾਂ ਦੀ ਨੂੰ ਨਾਲ ਰਲਾ ਨਹੀਂ ਸਕਿਆ। ਲੜਤ ਪਿੜਤ ਕਛ ਵੜੇ ਸੋ ਝੱਲ ਲੜਦੇ ਭਿੜਦੇ ਕੁਝ ਸਿੰਘ ਝੱਲ ਵਿੱਚ ਕਾਹਨੂੰਵਾਨ ਦੇ ਛੰਭ ਵਿੱਚ ਜਾ ਵੜੇ। ਤੁਰਕ ਵੜੇ ਤੇ ਮਗਰੇ ਚੱਲ ਤੇ ਤੁਰਕ ਉਹਨਾਂ ਦੇ ਪਿੱਛੇ ਪੈ ਗਏ। ਇੱਕ ਜਗ੍ਹਾ ਤੇ ਸਿੱਖ ਨਹੀਂ ਮਰੇ ਸਾਧ ਸੰਗਤ, ਕੋਈ ਕਿਤੇ ਕੋਈ ਕਿਤੇ ਕੋਈ ਕਿਤੇ ਘਿਰ ਗਏ। ਸਿੱਖਾਂ ਦੀਆਂ ਜਿਹੜੀਆਂ ਉੱਥੇ ਜਾਨਾਂ 10-12 ਹਜ਼ਾਰ ਤੋਂ ਵੱਧ ਲਿਖਿਆ ਇਤਿਹਾਸ ਵਿੱਚ ਵੀ ਜਾਨੀ ਨੁਕਸਾਨ ਹੋਇਆ ਸੀਗਾ। ਇੱਕ ਦਿਨ ਦੇ ਵਿੱਚ ਜਾਂ ਇੱਕ ਜੰਗ ਦੇ ਵਿੱਚ ਇੰਨਾ ਨੁਕਸਾਨ ਹੋਣ ਕਰਕੇ ਉਹਨੂੰ ਛੋਟਾ ਘੱਲੂਕਾਰਾ, ਤੇ ਜਿਹੜਾ 1762 ਵਿੱਚ ਹੋਇਆ ਉਹਨੂੰ ਵੱਡਾ ਘੱਲੂਕਾਰਾ ਕਹਿੰਦੇ ਆ। ਉਹ ਕਥਾ